ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਤੂੰ ਮਤ ਮਾਣ ਕਰੈ ਕਿ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਏ ਦੀ ਬਿਰਤੀ ਨੂੰ ਲੈਂਦੇ ਹੋਏ ਅਤੇ ਗੁਰ ਸਮਝਾਵੈ ਸੋਝੀ ਹੋਏ, ਗੁਰਮੁਖ ਵਿਰਲਾ ਬੂਝੈ ਕੋਏ। ਅਨੁਸਾਰ ਇਹ ਜੀਵਨ ਸੋਝੀ ਕਲਾਸਿਸ ਵਿੱਚ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਦੁਆਰਾ ਆਪਣੇ ਜੀਵਨ ਨੂੰ ਉੱਚਿਆਂ ਕਰਨ ਦਾ ਅਤੇ ਆਨੰਦ ਦੀ ਅਵਸਥਾ ਨੂੰ ਮਾਣਨ ਦਾ ਉਪਰਾਲਾ ਕੀਤਾ ਗਿਆ ਹੈ। ਗੁਰਬਾਣੀ ਸਿਧਾਂਤ ਜਾਂ ਗੁਰਬਾਣੀ ਉਚਾਰਨ ਦੀਆਂ ਗਲਤੀਆਂ ਨੂੰ ਗੁਰੂ ਕੋਲੋਂ ਖਿਮਾ ਦੇ ਜਾਚਕ ਹਾਂ ਅਤੇ ਸੁਤ ਖਿਨ ਖਿਨ ਭੂਲ ਵਿਗਾੜ ਪਿਤਾ ਸਮਝਾਵੇਂਗੇ ਦੀ ਜਾਚਨਾ ਕਰਦੇ ਹਾਂ। ਉਮੀਦ ਹੈ ਇਹਨਾਂ ਵੀਡੀਓਜ਼ ਦੁਆਰਾ ਸੱਚ ਦੇ ਪਾਂਦੀ ਨੂੰ ਆਪਣੇ ਜੀਵਨ ਸਫਰ ਲਈ ਇਹ ਵਿਚਾਰਾਂ ਲਾਹੇਵੰਦ ਸਿੱਧ ਹੋਣਗੀਆਂ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੀਵਨ ਸੋਝੀ ਕਲਾਸ, ਜਿਹਦੇ ਵਿੱਚ ਅਸੀਂ ਆਨੰਦ ਬਾਣੀ ਦੁਆਰਾ ਆਪਣੇ ਜੀਵਨ ਦੇ ਵਿੱਚ ਆਨੰਦ ਦਾ ਅਨੁਭਵ ਐਕਸਪੀਰੀਅੰਸ ਕੋਈ ਇੱਕ ਦਿਨ ਦੋ ਦਿਨ ਵਾਸਤੇ ਨਹੀਂ, ਉਹ ਅਵਸਥਾ ਮਾਣਨ ਵਾਸਤੇ ਅਸੀਂ ਇੱਥੇ ਸਾਰੇ ਇਕੱਠੇ ਹੁੰਦੇ ਹਾਂ। ਤੇ ਸਾਡੀ ਅੱਜ ਦੀ ਕਲਾਸ ਦੀ ਰੂਪਰੇਖਾ ਦੇ ਵਿੱਚ ਅਸੀਂ ਪੌੜੀ ਨੰਬਰ 9 ਤੇ 10 ਕਰਨੀ ਹੈ ਅਤੇ ਨਾਲ ਦੇ ਨਾਲ ਆਪਣੀਆਂ ਕੁਝ ਐਕਸਰਸਾਈਜ਼ ਕਰਨੀਆਂ ਨੇ। ਆਓ ਅਸੀਂ ਅੱਜ ਪੌੜੀ ਨੰਬਰ 6 ਤੋਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ। 6 ਤੋਂ ਲੈ ਕੇ 10 ਤੱਕ ਇਹ 5 ਪੌੜੀਆਂ ਨੂੰ ਅਸੀਂ ਪਿਆਰ ਦੇ ਨਾਲ ਸਾਰੇ ਪੜ੍ਹੀਏ ਅਤੇ ਨਾਲ ਨਾਲ ਕੋਸ਼ਿਸ਼ ਕਰੀਏ ਕਿ ਉਹਦਾ ਭਾਵ ਸਾਡੇ ਅੰਤਰਾਤਮਾ ਵਿੱਚ ਵਸੇ। ਸਾਚੀ ਲਿਵੈ ਤੇਰੇ ਨਿਮਾਣੀ, ਤੇਰੀ ਨਿਮਾਣੀ ਲਿਵੈ ਵਾਚਨ, ਕਿਆ ਕਰੇ ਵਿਚਾਰਿਆ, ਤੁਧ ਬਾਝ ਸਮਰੱਥ ਕੋਈ ਨਾਹੀ, ਕਿਰਪਾ ਕਰ ਬਣਵਾਰਿਆ, ਕਿਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰਿਆ, ਕਹੇ ਨਾਨਕ ਤੇਰੇ ਵਾਚੋ, ਕਿਆ ਕਰੇ ਵਿਚਾਰਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਦੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ, ਤਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੇ ਤੈ ਤਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਓ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਹੋਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਵਿਠਾ ਲਾਇਆ,
कहे नानक मन चंचल चतुराई किने ना पाया। कितना ही सिंपल है, सोना है ना, चतुराई किने ना पाया। सो द लैंग्वेज इज ऑटोमैटिकली सेल्फ एक्सप्लेन्ड। ਅਸੀਂ ਬਹੁਤ ਸਹਿਜੇ ਹੀ ਉਸਦੇ ਭਾਵ ਅੰਦਰ ਜਾ ਸਕਦੇ ਹਾਂ, ਪ੍ਰੋਵਾਈਡਡ ਅਸੀਂ ਆਨੰਦ ਪਾਉਣ ਦੀ ਚਾਹ ਰੱਖਦੇ ਹੋਈਏ। ਆਪਣੇ ਆਪ ਦੇ ਵਿੱਚ ਅਸੀਂ, ਮੈਂ ਸੋਚਦੀ ਹਾਂ ਕਿ ਬਲੈਸਡ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਈਏ, ਆਪਣੇ ਆਪ ਤੇ ਮਾਣ ਹੋਣਾ ਸ਼ੁਰੂ ਹੋ ਜਾਏ। ਵਾਈ भी क्यों ब्लेस्ड महसूस करिए जी आया। ਇਹ ਜਿਹੜਾ ਅਪੋਰਚੁਨਿਟੀ, ਜਿਹੜਾ ਮੌਕਾ ਹੈਗਾ ਏ, ਇਹਦੇ ਵਿੱਚ ਦੇਖੋ ਸਾਨੂੰ ਇਨ ਅ ਵੇ 1.5 ਘੰਟੇ ਦੇ ਵਿੱਚ ਦਿੱਤਾ ਜਾ ਰਿਹਾ ਹੈ ਕਿ ਗੈਟ ਇਨਟੂ ਯੋਰਸੈਲਫ, ਆਪਣੀ ਇੰਟਰੋਸਪੈਕਸ਼ਨ ਚ ਪੈ, which is the most ਲੀਸਟ ਇੰਟਰਸਟਿੰਗ ਟੌਪਿਕ ਦੁਨੀਆ ਦੇ, ਹੈ ਨਾ। ਇੰਨੇ ਸਾਰੇ ਟੌਪਿਕਸ ਦੇ ਵਿੱਚੋਂ ਪੋਲਿਟਿਕਸ, ਸਾਇੰਸ, ਰੰਗ ਤਮਾਸ਼ੇ, ਧਰਮ ਦੀ ਬਾਹਰੀ ਰੂਪ ਰੇਖਾ, ਉਹ ਸਾਰਾ ਕੁਝ ਛੱਡ ਕੇ ਆਪਣੇ ਅੰਦਰ ਜਾਣ ਦੇ ਜੇਕਰ ਮੌਕੇ ਨੂੰ ਅਸੀਂ ਇੰਜੋਏ ਕਰਨਾ ਸ਼ੁਰੂ ਕਰ ਦਈਏ ਤੇ ਆਪਣੇ ਆਪ ਦੇ ਵਿੱਚ ਬਲੈਸਡ ਸਟੇਟ ਹੈ। ਬਿਕੋਜ਼ this state is not involving now my outer 5 senses। 5 ਸੈਂਸਿਸ ਨੂੰ ਯੂਜ਼ ਕਰਕੇ ਤਾਂ ਅਸੀਂ ਆਪਣਾ ਇੰਟਰਸਟ ਆਪਣੇ ਕਾਫੀ ਐਕਸਪਲੋਰ ਕੀਤੇ ਹੋਏ ਨੇ, ਚਾਹੇ ਪਹਾੜੀਆਂ ਤੇ ਜਾਣਾ ਹੋਏ, ਚਾਹੇ ਕਿਸੇ ਰੰਗ ਤਮਾਸ਼ੇ 'ਚ ਬੈਠਣਾ ਹੋਏ, ਯੂਜ਼ਸ ਆਫ ਦ 5 ਸੈਂਸਿਸ ਸਭ ਨੇ ਕੀਤੇ ਹੋਏ ਨੇ। ਬਟ ਦਿਸ ਕਾਈਂਡ ਆਫ ਅਵਸਥਾ ਜਿਹਦੇ ਵਿੱਚ ਆਪਣੇ ਅੰਦਰ ਜਾਣ ਦੀ, ਜਿਹਦੇ ਵਿੱਚ ਆਪਣੀ ਹੀ ਵਿਵੇਕਤਾ ਨੂੰ ਪਹਿਚਾਣਨ ਦੀ ਅਪੋਰਚੁਨਿਟੀ ਮਿਲੇ ਤਾਂ ਡੈਫੀਨੇਟਲੀ ਸਾਨੂੰ ਆਪਣੀ ਵਰਥ, ਆਪਣੀ ਵੈਲਿਊ ਵਧਾਉਣ ਲੈਣੀ ਚਾਹੀਦੀ ਹੈ। We should pat ourselves, we should learn to, ਅਸੀਂ ਦੂਜਿਆਂ ਨੂੰ ਬੜਾ ਕੀਤਾ ਹੈਗਾ, ਪੈਟ ਕੀਤਾ ਹੈਗਾ, ਪਰ ਅਸੀਂ ਆਪਣੇ ਆਪ ਨੂੰ ਕਰੀਏ that you are doing good, you are doing great। ਇਹਦੇ ਵਾਸਤੇ ਇੱਕ ਐਕਸਰਸਾਈਜ਼ ਛੋਟੀ ਜਿਹੀ ਜਿਹੜੀ ਮੈਂ ਬੱਚਿਆਂ ਦੇ ਨਾਲ ਕੀਤੀ ਹੈ ਹੁਣੇ ਲਾਸਟ, ਜਿਨ੍ਹਾਂ ਦੇ ਬੱਚੇ ਵੀ ਮੇਰੇ ਕੋਲ ਪੜ੍ਹਦੇ ਹਨ, ਸੋ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਬੱਚਿਆਂ ਨੂੰ ਕਿਵੇਂ ਪੜ੍ਹਾਉਂਦੀ ਹਾਂ। ਮੇਰੀ ਟਰਾਇਲ ਹੈਗੀ ਹੈ ਕਿ ਬੱਚੇ ਇਸ ਲੈਵਲ ਤੇ ਪਹੁੰਚ ਜਾਣ ਕਿ ਉਹ ਗੁਰਬਾਣੀ ਔਰ ਧਰਮ ਦੀ ਪੜ੍ਹਾਈ ਆਪਣੇ ਆਪ ਕਰਨੀ ਸ਼ੁਰੂ ਕਰਨ ਰਾਦਰ ਦੈਨ ਪੁਸ਼ਿੰਗ ਬਾਈ ਦਾ ਪੇਰੈਂਟਸ। ਇਹ ਮੇਰੇ ਐਫਰਟ ਨੇ। ਸੋ ਮੈਂ ਕਿੰਨੀ ਸਕਸੀਡ ਹੋਵਾਂਗੀ, ਮੇ ਨਾਟ ਬੀ 100% ਬਟ ਟੂ ਅ ਗੁੱਡ ਐਕਸਟੈਂਟ। ਹਰ ਕਲਾਸ ਦੇ ਵਿੱਚ ਮੇਰਾ ਐਫਰਟ ਹੁੰਦਾ ਹੈ। ਸੋ ਇਸ ਪਿਛਲੀ ਕਲਾਸ ਦੇ ਵਿੱਚ ਬੱਚਿਆਂ ਨੂੰ ਇਹ ਰਿਅਲਾਈਜ਼ ਕਰਾਉਣਾ ਕਿ 5 ਮਹੀਨੇ ਬਾਅਦ ਆਏ ਨੇ ਤੇ ਉਹ ਕਾਫੀ ਪਿੱਛੇ ਹੋ ਗਏ ਨੇ ਐਂਡ ਹਾਊ ਦੇ ਪੈਚ ਅਪ ਵਿਦ ਦੈਟ। ਮੈਂ ਸਿੰਪਲੀ ਉਹਨਾਂ ਨੂੰ ਕਿਹਾ ਕਿ ਪਾਰਕ ਵਿੱਚ 2 ਬੱਚੇ ਖੇਡਦੇ ਹੋਣ, ਇੱਕ ਭਿਖਾਰੀ ਦਾ ਬੱਚਾ ਹੋਵੇ ਤੇ ਦੂਜਾ ਰਾਜੇ ਦਾ ਬੱਚਾ ਹੋਵੇ, ਦੋਨੋਂ ਇਕੱਠੇ ਰੋਜ਼ ਖੇਡਦੇ ਹਨ, ਦੋਨਾਂ ਵਿੱਚੋਂ ਕਿਹਦੀ ਰਿਸਪੌਂਸਿਬਿਲਿਟੀ ਜ਼ਿਆਦਾ ਹੋ ਸਕਦੀ ਹੈ ਲਾਈਫ ਵਿੱਚ ਆਊਟ ਆਫ ਦ 2। ਸੋਚਣ ਲੱਗੇ ਤਾਂ ਬੱਚਿਆਂ ਨੇ ਕਿਹਾ ਕਿ ਭਿਖਾਰੀ ਦੇ ਬੱਚੇ ਦੀ, ਕਿਉਂਕਿ ਰਾਜੇ ਦੇ ਬੱਚੇ ਕੋਲ ਤਾਂ ਸਭ ਕੁਝ ਖਾਣ ਪੀਣ ਨੂੰ ਹੈ, ਭਿਖਾਰੀ ਦੇ ਬੱਚੇ ਕੋਲ ਤਾਂ ਹਜੇ ਕੁਝ ਵੀ ਨਹੀਂ ਹੈ। ਸੋ ਹਿਸ ਰਿਸਪੌਂਸਿਬਿਲਿਟੀ ਇਜ਼ ਮੋਰ ਦੈਟ ਉਹ ਜ਼ਿਆਦਾ ਨਾ ਖੇਡੇ, ਸਮੇਂ ਸਿਰ ਘਰ ਜਾਵੇ। ਐਂਡ ਉਹਨਾਂ ਵਿੱਚੋਂ ਕੁਝ ਬੱਚਿਆਂ ਨੇ ਜਿਹੜੇ ਮੇਰੇ ਕਲੂਜ਼ ਪਕੜ ਰਹੇ ਸੀ, ਦੇ ਸੈਡ ਨਹੀਂ, ਰਾਜੇ ਦੇ ਬੱਚੇ ਦੀ ਜ਼ਿਆਦਾ ਰਿਸਪੌਂਸਿਬਿਲਿਟੀ ਹੈ ਬਿਕੋਜ਼ ਉਹਨੂੰ ਰਾਜ ਪਾਠ ਮਿਲ ਚੁੱਕਾ ਹੈ ਤੇ ਜੇ ਉਹਨੇ ਰਿਸਪੌਂਸਿਬਿਲਿਟੀ ਸ਼ੋ ਨਾ ਕੀਤੀ ਤੇ ਮਿਲਿਆ ਵੀ ਹੱਥ ਵਿੱਚੋਂ ਗਵਾ ਦੇਣਾ ਹੈ, ਉਹਨੂੰ ਤੇ ਜੇ ਕਮਾਣਾ ਪੈਣਾ ਹੈ। ਦੋਨਾਂ ਦੀ ਹੈਗੀ ਹੈ ਲੇਕਿਨ ਰਾਜੇ ਦੇ ਬੱਚੇ ਦੀ ਜ਼ਿਆਦਾ ਹੈ। ਸੋ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਵੀ 239-40 ਸਾਲ ਲੱਗ ਕੇ ਨਾ ਸਾਡੇ ਰਾਜੇ ਨੇ ਸਾਨੂੰ ਵਿਰਸਾ ਦਿੱਤਾ ਹੈ, ਸਾਡੀ ਰਿਸਪੌਂਸਿਬਿਲਿਟੀ ਜ਼ਿਆਦਾ ਹੈ। ਜੇ ਅਸੀਂ ਨਾ ਦਿਖਾਈ then we will lose everything what we have been given। ਸੋ ਇਸ ਕਰਕੇ ਰੋਜ਼ ਆਪਣੇ ਆਪ ਨੂੰ ਯਾਦ ਕਰਾਣਾ ਹੈ ਘਰ ਜਾ ਕੇ ਕਿ ਤੂੰ ਕਿੱਦਾਂ ਪੁੱਤਰ ਹੈ ਰਾਜੇ ਦਾ। ਸੋ ਦੈਟਸ ਹਾਊ ਤੁਹਾਨੂੰ ਭੁੱਲੇਗਾ ਨਹੀਂ ਪੜ੍ਹਨਾ। ਸੋ ਜਿਹੜੀ ਤੁਸੀਂ ਅੱਜ ਮੈਨੂੰ ਪੌੜੀ ਸੁਣਾਈ ਹੈ, ਥੈਂਕਸ, ਪਰ ਤੁਸੀਂ ਕਹੋਗੇ ਕਿ ਜੇ ਰਾਜੇ ਦੇ ਪੁੱਤਰ ਹੋ ਤਾਂ ਤੁਸੀਂ ਮੈਨੂੰ ਅਗਲੀ ਵਾਰੀ 2-2 3-3 ਵੀ ਸੁਣਾ ਦਿਓਗੇ। ਸੋ ਆਮ ਐਕਸਪੈਕਟਿੰਗ ਐਂਡ ਕੋਸ਼ਿਸ਼ ਕਰਿਆ ਕਰੋ ਪੌੜੀ ਸੁਣਾਉਣ ਵਾਸਤੇ, ਕਿਉਂਕਿ ਉਹ ਕਲਾਸ ਦਾ ਹਿੱਸਾ ਨਹੀਂ ਹੈ। 9:45 ਵਜੇ ਆ ਜਾਇਆ ਕਰੋ, ਜਿਹੜਾ ਆਂਦਾ ਜਾਏਗਾ ਮੈਂ ਉਹਦੇ ਕੋਲੋਂ ਸੁਣਦੇ ਜਾਵਾਂਗੀ ਸੋ ਦੈਟ 9 o'clock ਅਸੀਂ ਆਪਣੀ ਕਲਾਸ ਸਟਾਰਟ ਕਰ ਸਕੀਏ। ਓਕੇ ਜੀ, ਇਹ ਹੈਗੀ ਹੈ ਸਾਡੇ ਕੋਲ ਪੌੜੀ ਨੰਬਰ 9। ਆਵੋ ਸੰਤ
प्यारियो अकथ की करे कहानी। संत तत्ते दे नीचे औंकड़ नहीं है, प्लूरल है। ਜਦੋਂ ਤੱਤੇ ਨੂੰ ਔਂਕੜ ਹੋਏ ਤੇ ਕੀ ਹੁੰਦਾ ਹੈ, ਸਿੰਗੂਲਰ ਹੋ ਜਾਂਦਾ ਹੈ। ਸੋ ਦਿਸ ਪਲੂਰਲ ਮੀਨਸ ਕਿਹਨੂੰ ਕਹਿ ਰਹੇ ਨੇ, ਇਹ ਕਿਹਦੇ ਵਾਸਤੇ ਸੋਚਦੇ ਹੋ ਸਕਦਾ ਹੈ ਸੰਤ, ਬਿਕੋਜ਼ ਤੁਸੀਂ ਹਾਂਜੀ ਸਾਰਿਆਂ ਵਾਸਤੇ ਰਿਟਨ ਕੇ ਪੁੱਛ ਜਿਹੜਾ ਵੀ ਸੀਕਰ ਹੈ, ਜਿਹੜਾ ਵੀ ਇਸ ਆਨੰਦ ਨੂੰ ਜੀਵਨ ਦੇ ਵਿੱਚ ਇਸ ਅਵਸਥਾ ਨੂੰ ਪਾਣਾ ਚਾਹੁੰਦਾ ਹੈ, ਉਸ ਹਰ ਮਨੁੱਖ ਵਾਸਤੇ। ਐਂਡ ਇਮੇਜਿਨ, ਅਸੀਂ ਕਦੀ ਸੋਚਿਆ ਹੀ ਨਹੀਂ ਸੀ ਜੇ ਬਾਣੀ ਨੇ ਪੜ੍ਹੀ ਹੋਵੇ ਕਿ ਅਸੀਂ ਵੀ ਇਸ ਕੈਟੇਗਰੀ 'ਚ ਆ ਸਕਦੇ ਹਾਂ। ਓਨਲੀ ਬਾਣੀ ਮੇਕਸ ਅਸ ਰਿਅਲਾਈਜ਼, ਹੈ ਨਾ। ਸੋ ਕਿਤਨਾ ਮਾਣ, ਕਿਤਨੀ ਸੈਲਫ ਐਸਟੀਮ ਗੁਰਬਾਣੀ ਜਿਹੜੀ ਹੈ ਸਾਡੀ ਅਣਖ ਬਰਕਰਾਰ ਰੱਖਣ ਵਾਸਤੇ ਸਾਨੂੰ ਮਦਦ ਕਰਦੀ ਹੈ। ਅਕਥ ਕੀ ਕਰੇ ਕਹਾਣੀ, ਦਿਸ ਇਜ਼ ਅਗੇਨ ਬਿਊਟੀਫੁਲ। ਆਮ ਤੌਰ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਗਵਰਨਮੈਂਟ ਲੈਵਲ ਦੇ ਉੱਤੇ ਅਸੀਂ ਕੋਈ ਚੇਂਜ ਨਹੀਂ ਕਰ ਸਕਦੇ, ਸੋ ਵਾਈ ਟੂ ਡਿਸਕਸ। ਉਸ ਦਾਇਰੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਦੁਨੀਆ ਦੇ ਵਿੱਚ ਕੈਂਸਰ ਫੈਲ ਰਹੀ ਹੈ, ਅਸੀਂ ਕੀ ਕਰ ਸਕਦੇ ਹਾਂ। ਸੋ ਐਵਰੀਵੇਅਰ ਅਸੀਂ ਆਪਣੀਆਂ ਲਿਮਿਟੇਸ਼ਨਸ ਨੂੰ ਦੇਖਦੇ ਹਾਂ, ਹੈ ਨਾ। ਐਵਰੀਵੇਅਰ ਸਾਡੀਆਂ ਲਿਮਿਟੇਸ਼ਨਸ ਨੇ, ਤੇ ਇੱਥੇ ਕੀ ਲਿਮਿਟੇਸ਼ਨ ਹੈ, ਉਹ ਅਕਥ ਹੈ ਜਿਸ ਨੂੰ ਕਥਿਆ ਨਹੀਂ ਜਾ ਸਕਦਾ, which is beyond our words and our thoughts। ਤੇ ਗੁਰੂ ਪਾਤਸ਼ਾਹ ਜੀ ਸਾਨੂੰ ਇਨਸਪਾਇਰ ਕਰਦੇ ਪਏ ਨੇ, ਮੋਟੀਵੇਟ ਕਰਦੇ ਪਏ ਨੇ, ਆਓ ਇਸ ਦੀ ਕਹਾਣੀ ਕਰੀਏ। ਇੱਥੋਂ ਸਾਨੂੰ ਕੀ ਇੱਕ ਮੈਸੇਜ ਮਿਲ ਰਿਹਾ, ਦੇਖੋ ਕਿ that means ਸਾਡੇ ਕੋਲ ਪੋਟੈਂਸ਼ੀਅਲ ਹੈਗੇ ਨੇ ਹਰ ਫੀਲਡ ਵਿੱਚ। ਆਓ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਸੀ ਦੇਖੋ, ਉਹਦੇ ਵਿੱਚ ਉਹਨਾਂ ਨੇ ਲਿਖਿਆ ਅਨਸਪੋਕਨ ਸਪੀਚ ਆਫ ਦਾ ਡਿਵਾਈਨ, ਤੇ ਮੈਂ ਇਸ ਨੂੰ ਚੇਂਜ ਨਹੀਂ ਕੀਤਾ ਸੀ ਬਿਕੋਜ਼ ਦਿਸ ਇਜ਼ ਆਲਸੋ ਬਿਊਟੀਫੁਲ ਐਸਪੈਕਟ। ਅਨਸਪੋਕਨ ਸਪੀਚ ਮਤਲਬ ਕੀ ਹੈ ਕਿ ਇਹ ਵੀ ਇੱਕ ਰਿਅਲਾਈਜ਼ੇਸ਼ਨ ਦਾ ਵਿਸ਼ਾ ਹੈ, ਅਨੁਭਵ ਦਾ ਵਿਸ਼ਾ ਹੈ। You will start with the words, you will start with experiences, ਪਰ ਉਸ experiences ਤੋਂ ਜਿਹੜਾ ਤੁਸੀਂ ਆਪਣਾ balance attain ਕਰੋਗੇ। For example, ਮੈਂ imagine ਕਰ ਰਹੀ ਸੀ ਕਿ can I practice something ਇੱਥੇ ਹੈ, I know ਸਾਡੀ ਕਲਾਸ ਹੈਗੀ ਹੈ, but ਤੁਸੀਂ ਉਸ ਨੂੰ ਨਾ ਪਾ ਕੇ ਦੇਖਣਾ ਕਿ ਵੀ actually if that happens in actuality, what is your state of mind। ਮੈਂ let us say ਮੈਂ ਕਹਿੰਦੀ ਹਾਂ ਲੈ ਗਿੱਠੀ ਜੀ ਹੈ ਨਹੀਂ, ਦੱਸ ਕਿੰਨੇ ਹੀ ਨਖਰੇ ਕਰਦੀ ਹੈ ਨਾ, ਈਗੋ ਕਿੱਥੇ ਕਿੱਥੇ ਲੈ ਫਿਰਦੀ ਹੈ। ਐਂਡ ਆਈ ਐਮ ਟੈਲਿੰਗ ਯੂ ਆਪਣਾ ਨੱਕ ਤਾਂ ਦੇਖ, ਐਂਡ ਨਾਓ ਥਿੰਕ ਦਿਸ ਆਈ ਐਮ ਸੇਇੰਗ ਯੂ ਔਨ ਦ ਰੋਡ, ਵਾਟਸ ਗੋਇੰਗ ਟੂ ਬੀ ਦ ਰਿਐਕਸ਼ਨ। ਜਿਵੇਂ ਇਹ ਗੱਲ ਰੋਡ ਤੇ ਕਹਿੰਦੀ ਆ ਜਾਂ ਕਿਸੇ ਪਾਰਟੀ 'ਚ ਕਹਿੰਦੀ ਆ, ਐਂਡ ਆਈ ਐਮ ਸੇਇੰਗ ਸਟ੍ਰੇਟ ਫਾਰਵਰਡ ਟੂ ਯੂ। ਐਕਸਪੀਰੀਅੰਸ ਕਰ ਸਕਦੇ ਹੋ ਸਟੇਟ ਆਫ ਮਾਈਂਡ ਆਪਣੀ, ਹੈ ਨਾ। ਜਦੋਂ ਸਾਨੂੰ ਕੋਈ ਇਸ ਤਰ੍ਹਾਂ ਮਨੁੱਖ ਕਿਸੇ ਵੀ ਸਾਡੀ ਚੀਜ਼ ਦੇ ਉੱਤੇ ਅਟੈਕ ਕਰਦਾ ਹੈ ਨਾ, ਐਂਡ ਉਸ ਵਕਤ ਸਾਡਾ ਸਟੇਟ ਆਫ ਮਾਈਂਡ, ਸਾਡਾ ਐਕਸਪੀਰੀਅੰਸ ਕੀ ਹੁੰਦਾ ਹੈ। ਉਹ ਕਿਵੇਂ ਪਤਾ ਲੱਗੇਗਾ ਕਿ ਜਦੋਂ ਹੁਣ ਅਕਥ ਕੀ ਕਰੇ ਕਹਾਣੀ, ਅਨਸਪੋਕਨ ਸਪੀਚ ਵੀ ਇੱਕ ਵਿੱਚ ਚਲਦੀ ਪਈ ਹੈ, ਵੀ ਹੈਵ ਟੂ ਕੈਚ ਦੈਟ। ਅਸੀਂ ਕੈਚ ਕੀ ਕੀਤਾ, ਉਹਦੇ ਲਫ਼ਜ਼, ਐਂਡ ਉਹਦੇ ਲਫ਼ਜ਼ ਕੈਚ ਕਰਨ ਦੇ ਨਾਲ ਕੀ ਹੋਇਆ, ਸਾਡਾ ਬੈਲੈਂਸ ਟੁੱਟ ਗਿਆ। ਪਲੀਜ਼ ਅਕਥ ਕੀ ਕਰੇ ਕਹਾਣੀ ਨੂੰ ਅਸੀਂ ਥੋੜਾ ਜਿਹਾ ਸਮਝੀਏ। देयर इज इन बिटवीन गैप ਹੁੰਦਾ ਹੈ ਜਿਹੜਾ ਅਸੀਂ ਉਹ ਨਹੀਂ ਅੱਜ ਤੱਕ ਐਕਸਰਸਾਈਜ਼ ਕੀਤਾ। ਜੇ ਅਸੀਂ ਹੁਣ ਉਸ ਗੈਪ ਨੂੰ ਪਾ ਦਈਏ ਐਸੀ ਅਵਸਥਾ ਦੇ ਵਿੱਚ ਤੇ ਦੁਬਾਰਾ ਅਸੀਂ ਇਸ ਨੂੰ ਐਕਸਪੀਰੀਅੰਸ ਨੂੰ ਸ਼ੇਅਰ ਕਰੀਏ। ਜੇ ਸੇਮ ਸੈਂਟੈਂਸ ਮੈਂ ਤੁਹਾਡੇ ਨਾਲ ਕਰਦੀ ਹਾਂ ਜਾਂ ਤੁਹਾਡੇ ਨਾਲ ਕਰਦੀ ਹਾਂ ਐਂਡ ਨਾਓ ਇੱਕ ਅਨਸਪੋਕਨ ਸਪੀਚ ਵਿੱਚ ਹੈਗੀ ਹੈ, ਉਹ ਇੱਥੇ ਕੀ ਹੋ ਸਕਦੀ ਹੈ ਐਸ ਸੇਮ ਕੇਸ ਦੇ ਵਿੱਚ? हाँ जी, बॉडी लैंग्वेज हो सकता है, हाँ थॉट्स की हो सकती है बॉडी लैंग्वेज या
peaceful thoughts, like ਉਹ ਕੀ ਹੋ ਸਕਦੀ ਹੈ? let someone say whatever, I'm not going to get disturbed. Immediately that, well, you know, okay. Yeah, like I am what I am, he's stupid. Let So him that go. means you know yourself. ਜੇ ਤੁਸੀਂ ਆਪਣੇ ਆਪ ਨੂੰ ਪਛਾਣੇ ਹੋ ਤਾਂ ਤੁਸੀਂ ਘੱਟ ਰਿਐਕਟਿਵ ਹੋਵੋਗੇ। ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਪਛਾਣਦੇ ਤਦ ਤੱਕ ਅਸੀਂ ਉਸ ਨੂੰ ਹੈਂਡਲ ਨਹੀਂ ਕਰ ਸਕਦੇ। ਇਹ ਹੀ ਅਕਥ ਕੀ ਕਰੋ ਕਹਾਣੀ ਦੇ, ਆਫ ਕੋਰਸ ਅਕਥ ਕੀ ਕਰੋ ਕਹਾਣੀ ਕੀ ਹੈ? ਉਹਦੇ ਗੁਣਾਂ ਦੀ ਕਹਾਣੀ ਹੈ ਨਾ। ਸੋ ਉਹਦੇ ਗੁਣਾਂ ਦੀ ਕਹਾਣੀ ਕਿੱਥੇ ਕਿੱਥੇ ਕਥਣੀ ਹੈ, ਕਿੱਥੇ ਐਕਸਪੀਰੀਅੰਸ ਕਰਨੀ ਹੈ? ਆਪਣੇ ਨਾਲ। ਅਕਥ ਕੀ ਕਰੋ ਕਹਾਣੀ ਮੀਨਸ ਆਈ ਐਮ ਏਬਲ ਟੂ ਹੈਂਡਲ ਦ ਸਿਚੁਏਸ਼ਨਸ ਨਾਓ, ਕਿਉਂਕਿ ਸਿਚੁਏਸ਼ਨਸ ਉਹ ਮੇਰੀਆਂ ਬਿਯੋਂਡ ਇਮੇਜਿਨੇਸ਼ਨ ਸਨ, ਮੈਨੂੰ ਨਹੀਂ ਪਤਾ ਸਨ। ਤੁਹਾਡੇ ਕਹਿਣ ਦਾ ਮਤਲਬ ਵੀ ਜੇ ਕੋਈ ਕੁਝ ਕਹਿੰਦਾ ਤਾਂ ਫਿਰ ਜੇ ਤੁਹਾਨੂੰ ਪਤਾ ਵੀ ਇਹ ਸਹੀ ਵੀ ਕਹਿ ਰਿਹਾ ਤਾਂ ਫਿਰ ਚੁੱਪ ਕਰ ਜਾਓ। ਸਹੀ ਨਹੀਂ ਕੀ ਮਤਲਬ? ਦੇਖੋ ਜੇ ਸਹੀ ਕਹਿ ਰਿਹਾ that means I got another task to improve myself. ਜੋ ਸਹੀ ਕਹਿ ਰਿਹਾ ਹੈ ਨਾ, ਮਤਲਬ ਫਿਰ ਤੇ ਮੈਨੂੰ ਉਹਨੇ ਕੰਮ ਦੇ ਦਿੱਤਾ। ਕਹਿਣ ਦਾ ਮਤਲਬ ਕਿ then you have the realization ਕਿ these things are really, they don't matter, they are not gonna hurt you। ਤੁਹਾਡੀ ਜਿਹੜੀ internal state of peace ਹੈ It doesn't ਉਹਨੂੰ matter ਚਾਹੇ ਹਾਂਜੀ। ਉਹ reality ਹੈਗੀ ਕਿ ਨਹੀਂ, ਪਰ ਉਹ ਕਿਸ ਤਰ੍ਹਾਂ ਮੈਟਰ ਨਹੀਂ ਕਰਦੀ। you have to experience ਕਿ in between ਦੋ ਚੀਜ਼ਾਂ ਦੇ ਵਿੱਚ there is a gap ਜਿੱਥੇ ਮੈਂ ਇਹ ਅਕਥ ਨੂੰ ਪਾਣਾ ਹੈ। ਜਦ ਤੱਕ ਤੁਸੀਂ ਉਸ ਗੈਪ ਨੂੰ ਰਿਅਲਾਈਜ਼ ਨਹੀਂ ਕਰਦੇ ਨਾ ਤਦ ਤੱਕ ਇਹ ਹੋ ਨਹੀਂ ਸਕਦਾ। ਬਿਕਾਜ਼ ਨਾਓ ਕੀ ਹੋਇਆ, ਮੇਰੇ ਔਰ ਤੁਹਾਡੇ ਵਿੱਚ ਅਸੀਂ ਡਾਇਰੈਕਟ ਕਨੈਕਸ਼ਨ ਬਣਾ ਲਿੱਤਾ ਹੈ, ਵਿੱਚੋਂ ਤੀਜੇ ਨੂੰ ਗਾਇਬ ਕਰ ਦਿੱਤਾ ਹੈ। ਸੋ ਜਦੋਂ ਉਸ ਤੀਸਰੇ ਦੀ ਜਗ੍ਹਾ ਉਹਨੂੰ ਦੇਣੀ ਸ਼ੁਰੂ ਕਰ ਦਿਆਂਗੇ, ਆਈ ਥਿੰਕ ਐਸੀ ਨੂੰ ਹੀ ਮੇਰੇ ਮੁਤਾਬਕ ਕਹਿੰਦੇ ਨੇ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲ। ਇਟ ਇਜ਼ ਦੈਟ ਓਨਲੀ। ਮੇਰੇ ਖਿਆਲ ਮੈਟਰ ਤਾਂ ਕਰੇਗੀ। ਯੂ ਕੈਨ ਉਹਦਾ ਐਕਸਟੈਂਟ ਤੁਸੀਂ ਘਟਾ ਸਕਦੇ ਹੋ। ਬਹੁਤ ਘਟਾ ਸਕਦੇ ਹੋ ਤੁਸੀਂ ਉਸ ਦਾ ਐਕਸਟੈਂਟ ਐਂਡ ਬਹੁਤ ਸ਼ਾਰਟ ਕਰ ਸਕਦੇ ਹੋ। ਅਸੀਂ ਹੁਣੇ ਤੁਹਾਡੇ ਆਉਣ ਤੋਂ ਪਹਿਲੇ ਗੱਲ ਕੀਤੀ ਸੀ ਕਿ ਅਗੇਨ ਜਸਟ ਟੂ ਕੱਟ ਸ਼ਾਰਟ ਕਿ ਮੇਰੀ ਪਹਿਲੀ ਜੌਬ ਦੇ ਵਿੱਚ ਕਿੰਨਾ ਪ੍ਰੈਸ਼ਰ ਸੀ ਪ੍ਰਿੰਸੀਪਲ ਦਾ ਦਿੱਤਾ ਹੋਇਆ ਕਿ 3 ਲੇਟ ਮੀਨਸ ਇੱਕ ਛੁੱਟੀ ਕੱਟ ਦਿੱਤੀ। ਮੇਰੀ ਫਰਸਟ ਜੌਬ ਐਂਡ ਆਈ ਥਿੰਕ that put down my health so much eventually ਕਿ 3 ਲੇਟ ਹੋਣੇ ਤੇ ਬੜੇ ਸੁਭਾਵਿਕ ਨੇ। and I was newly married ਔਰ ਰਸਤਾ ਇੰਨਾ ਦੂਰ ਸੀ ਹੈ ਨਾ, ਐਵਰੀ ਚੈਲੰਜ ਸੀ ਲਾਈਫ ਦਾ। ਸੋ ਨਹੀਂ ਪਤਾ ਸਰ ਹਾਊ ਟੂ ਹੈਂਡਲ ਆਲ ਦਿਸ, ਪਰ ਜੇ ਵਿੱਚ ਉਹ ਰੱਖ ਲੈਣੇ ਆ ਹੈ ਨਾ, we are able to handle that situation. But sometimes like wrong impressions also, because you're saying there is a gap. ਮੈਂ ਤੇ ਇੱਕ Gap haga what you think yourself and what others think who you are. ਹਮ, So that gap, it's difficult to like catch on with that gap. it is difficult, but ਹੁਣ ਤੱਕ ਅਸੀਂ ਧਿਆਨ ਹੀ ਨਹੀਂ ਦਿੱਤਾ ਸੀ ਉਹਦੇ ਬਾਰੇ। but the moment ਤੁਸੀਂ ਉਸ ਬਾਰੇ ਧਿਆਨ ਦੇਣਾ ਸ਼ੁਰੂ ਕਰ ਦੋਗੇ, ਮੈਂ ਇਹ ਇੱਕ ਐਗਜ਼ਾਮਪਲ ਲਗਾਇਆ। ਇਹ ਐਗਜ਼ਾਮਪਲ ਜਿਹੜਾ ਹੈ ਅਸੀਂ ਕਿੰਨਾ ਹੀ ਮਤਲਬ ਜਗ੍ਹਾ ਦੇ ਉੱਤੇ ਇਸ ਨੂੰ ਲਗਾ ਸਕਦੇ ਹਾਂ। I just used one very small tiny example because situations ਵੀ ਅਲੱਗ ਹੁੰਦੀਆਂ ਨੇ, examples ਵੀ ਅਲੱਗ ਹੁੰਦੇ ਨੇ, everything is so vast। ਬਟ ਉਹ ਵਾਲਾ ਇਹ ਵਿੱਚੋਂ ਅਕਥ ਜਿਹੜਾ ਹੈ ਨਾ, ਜਿਹੜਾ ਕਥਿਆ ਨਹੀਂ ਜਾਂਦਾ, ਉਸ ਨੂੰ ਵਿੱਚੋਂ ਅਸੀਂ ਗਾਇਬ ਕੀਤਾ ਹੋਇਆ ਉਸ ਵਕਤ। ਜਿਹੜਾ ਅਸੀਂ ਪਿਛਲੀ ਵਾਰੀ ਵੀ ਐਕਸਰਸਾਈਜ਼ ਕੀਤੀ ਸੀ ਨਾ ਕਿ ਈਗੋ ਵਾਲੀ ਵੀ ਜਿਹੜੀ ਸਟਾਰਟ ਕੀਤੀ ਸੀ, ਦੈਟਸ ਹਾਊ ਯੂ ਰਿਅਲਾਈਜ਼ ਦੈਟ। ਪਰ ਫਿਰ ਮੈਂ ਹੁਣ ਅਸੀਂ ਕਿਵੇਂ ਸਟਾਰਟ ਕਰੀਏ? ਹੁਣ ਤਾਂ ਫਿਰ ਇਹੀ ਹੋਇਆ ਵੀ ਇੱਕ ਵਾਰੀ ਪਹਿਲਾਂ ਜਦੋਂ ਕਿਸੇ ਨੇ ਕੁਝ ਕਿਹਾ ਥੋੜਾ ਸੋਚ ਲਓ, ਕਿਉਂਕਿ ਹਜੇ ਉਸ ਸਟੇਜ ਤੱਕ ਪਹੁੰਚੇ ਨਹੀਂ ਹੈਗੇ। ਮਤਲਬ ਥੋੜਾ ਵੇਟ ਕਰ ਲਓ, ਫਿਰ ਮੇਬੀ। ਅੱਛਾ, ਇਹਨੇ ਕਿ ਹੁਣ ਕਿਸ ਤਰ੍ਹਾਂ ਕਰੀਏ? ਹੁਣ ਸਿੰਪਲ ਐਗਜ਼ਾਮਪਲ ਤੁਸੀਂ ਟੁਕਾਓ ਕਿ ਅੱਜ ਤੁਸੀਂ ਫਿਊਚਰ ਵਾਸਤੇ ਤੁਹਾਡੇ ਜਿੰਨੇ ਵੀ ਪਲਾਨ ਨੇ, ਤੁਸੀਂ ਉਹਦੇ ਵਾਸਤੇ ਅੱਜ ਬੈਂਕ ਬੈਲੈਂਸ ਇਕੱਠਾ ਕਰਦੇ ਹੋ। That's how you're able to achieve that. You make every effort. ਜੇ ਤੁਸੀਂ ਜੇ ਉੱਥੇ ਫਾਰਮ ਹਾਊਸ ਵਿੱਚ ਘਰ ਲੈਣਾ ਹੈ, ਕੁਝ ਕਰਨਾ, so your planning is now that how do I do in my life. So ਤੁਹਾਨੂੰ ਅੱਜ ਤੁਸੀਂ ਫਾਈਲ ਖੋਲ ਰਹੇ ਹੋ ਆਪਣੇ ਬ੍ਰੇਨ ਦੇ ਵਿੱਚ, ਉਸ ਫਾਈਲ ਨੂੰ ਪੜ੍ਹਨ ਦਾ ਤੁਹਾਨੂੰ ਮੌਕਾ ਮਿਲੇਗਾ and the more and more you read that file, ਉਹ ਫਾਈਲ ਤੁਹਾਡੀ upfront ਆ ਜਾਣੀ ਹੈ। ਜਿਵੇਂ ਅੱਜ ਤੁਸੀਂ ਪਾਠ ਦੀ ਮੈਨੂੰ ਪ੍ਰੈਕਟਿਸ ਕਰਕੇ ਸੁਣਾਈ and you will see ਇਹ ਹੀ ਤੁਸੀਂ 2 ਮਹੀਨੇ ਬਾਅਦ ਕਿੰਨਾ ਕੌਨਫੀਡੈਂਟਲੀ ਸੁਣਾ ਰਹੇ ਹੋਵੋਗੇ। ਇਹ ਸਾਰਾ ਆਪਣਾ ਖਜ਼ਾਨਾ ਹੈ। ਹਾਂਜੀ, ਸਾਡੇ ਨਾਲ ਐਵੇਂ ਹੁੰਦਾ ਸੀ, ਜਿਵੇਂ ਮੈਂ ਪਹਿਲਾਂ ਸੋਚਦੀ ਸੀ ਵੀ ਉਹ ਮੇਰਾ, ਉਹਨੇ ਮੈਨੂੰ ਇਹ ਗੱਲ ਕਹੀ ਹੈ, ਹਰਟ ਕੀਤੀ ਹੈ। ਫਿਰ ਮੈਂ ਸੋਚਿਆ ਵੀ ਨਹੀਂ, ਪੋਜ਼ਿਟਿਵ ਸੋਚ ਕੇ ਦੇਖੀਏ, ਉਹਦੇ ਬਾਰੇ ਪੋਜ਼ਿਟਿਵ ਸੋਚਣਾ ਸ਼ੁਰੂ ਕੀਤਾ, ਉਹਦੇ ਵੱਲੋਂ ਵੀ ਪੋਜ਼ਿਟਿਵ ਆਨਸਰ ਆਉਣ ਲੱਗ ਗਏ ਮੈਨੂੰ। ਹਾਲਾਂਕਿ ਮੈਂ ਉਹਨੂੰ ਦੁਸ਼ਮਣ ਸਮਝਿਆ ਸੀ ਆਪਣਾ, ਵੀ ਨਹੀਂ ਇਹ ਤਾਂ ਨੈਗੇਟਿਵ ਬੰਦਾ, ਇਹਨੂੰ ਕੁਝ ਪਤਾ ਹੀ ਨਹੀਂ।
ਆਪਣੇ ਵੱਲੋਂ ਪੋਜ਼ਿਟਿਵ એનર્ਜੀ, ਫਿਰ ਮੈਂ ਤਾਂ ਹੀ ਕਹਿੰਦੀ ਹਾਂ ਰੱਬ ਜੀ ਨੇ ਉਧਰ ਵੀ ਸੁਨੇਹਾ ਭੇਜਤਾ ਪੋਜ਼ਿਟਿਵ। ਸੋ ਅਸੀਂ ਸਾਡਾ ਹਾਲਾਂਕਿ ਇਹ ਅਕਥ ਕਹਾਣੀ ਦੀ ਜਿਹੜੀ ਗੱਲ ਅੱਗੇ ਹੋਰ ਹੈ, ਪਰ ਮੈਂ ਆਈ ਵਾਂਟਡ ਯੂ ਟੂ ਐਕਸਪੀਰੀਅੰਸ ਦਿਸ ਕਿ ਵੀ ਅਕਥ ਕਹਾਣੀ ਨੂੰ ਕਿਵੇਂ ਅਸੀਂ ਕਰ ਸਕਦੇ ਹਾਂ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ। ਸੋ ਦੈਟਸ ਹਾਊ ਆਈ ਸ਼ਿਫਟਡ, ਪਰ ਅੱਗੇ ਗੱਲ ਹੋਰ ਆ ਜਾਏਗੀ ਹੁਣੇ। ਅਕਥ ਕੀ ਕਰੋ ਕਹਾਣੀ ਮੀਨਸ ਕਿ ਵਾਕਈ ਹੀ ਉਹ ਬਿਆਨਤਤਾ ਜਿਹੜੀ ਹੈ ਉਹ ਸਮਝਾਂਗੇ ਤੇ ਉਸ ਦਾ ਐਪਲੀਕੇਸ਼ਨ ਵੀ ਸਾਡੇ ਉਹਦੇ ਵਿੱਚ ਆ ਜਾਏਗਾ ਜੀਵਨ ਦੇ ਵਿੱਚ। ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਕੀ ਪਾਣਾ ਹੈ ਦੁਬਾਰਾ ਯਾਦ ਕਰੋ, ਆਨੰਦ। ਸੋ ਕਹਿ ਰਹੇ ਨੇ ਉਸ ਦੀ ਕਹਾਣੀ ਜਿਹੜੀ ਹੈ ਜੇਕਰ ਅਸੀਂ ਉਸ ਨੂੰ ਕੰਟੈਂਪਲੇਟ ਕਰਦੇ ਹਾਂ, ਉਸ ਨੂੰ ਅੰਡਰਸਟੈਂਡ ਕਰਦੇ ਹਾਂ, ਤੇ ਉਹਦੇ ਵਿੱਚ ਕੀ ਸਾਨੂੰ ਪਤਾ ਲੱਗਦਾ ਹੈ ਕਿ ਕਿਵੇਂ ਅਸੀਂ ਆਨੰਦ ਦੀ ਅਵਸਥਾ ਨੂੰ ਜੀਵਨ ਦੇ ਵਿੱਚ ਜੀ ਸਕਦੇ ਹਾਂ। ਕਿਤ ਦੁਆਰਾ ਹੈ, ਵਾਟ ਇਜ਼ ਦ ਰਾਈਟ ਵੇ। ਹੁਣ ਦੁਨੀਆ ਦੇ ਵਿੱਚ ਕਿਤਨੇ ਹੀ ਰਾਸਤੇ ਬਣੇ ਹੋਏ ਨੇ, ਹੈ ਨਾ। ਅੱਜ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਵੀ ਤੇ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਵੀ, ਸਮੇਂ ਤੇ ਵੀ ਇੰਜ ਤੇ ਕਦੀ ਹੋਇਆ ਨਹੀਂ ਨਾ ਕਿ ਉਹ ਰਾਸਤੇ ਸਾਰੇ ਬੰਦ ਹੋ ਗਏ ਨੇ। ਅੱਜ ਵੀ ਜੈਨ ਮਾਰਗ ਵੀ ਉਂਝੇ ਚੱਲਦੇ ਪਏ ਨੇ ਤੇ ਬਾਹਮਣ ਦੀ ਮਤ ਵੀ ਉਂਝੇ ਚੱਲਦੀ ਪਈ, ਦੁਨੀਆ ਉਂਝੇ ਹੀ ਚੱਲੀ ਜਾਂਦੀ ਪਈ ਹੈ। ਬਟ ਗੁਰੂ ਸਾਹਿਬ ਕਹਿੰਦੇ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ। ਜਦੋਂ ਮੈਂ ਪੜ ਰਹੀ ਸੀ ਤਨ ਮਨ ਤਨ ਸਭ ਸੌਂਪ ਗੁਰ ਕੋ, ਓ ਮਾਈ ਗॉड, ਇਟਸ ਲਾਈਕ ਜੇਕਰ ਅਸੀਂ ਦੇ ਲਿਟਰਲ ਮੀਨਿੰਗ ਇੰਜ ਦੇਖ ਲਈਏ ਕਿ ਲਿਟਰਲੀ ਬੰਦਾ ਸਿੰਘ ਬਹਾਦਰ ਬਣ ਜਾ, ਹੈ ਨਾ, ਜਿਨੇ ਅਲਟੀਮੇਟਲੀ ਉਹ ਸੌਂਪ ਕੇ ਉਹ ਤਾਕਤ ਪ੍ਰਾਪਤ ਕੀਤੀ, ਤੇ ਅਸੀਂ ਅੱਧੇ ਛੱਡ ਕੇ ਭੱਜ ਜਾਵਾਂਗੇ ਗੁਰੂ ਦੇ। ਪ੍ਰੈਕਟੀਕਲ ਅਪਰੋਚ ਹੀ ਦੇਖੀਏ ਤੇ ਟਰੂਲੀ, ਹੈ ਨਾ, ਕਿ ਜੇ ਅਸੀਂ ਮੰਨ ਲਈਏ ਕਿ ਬੰਦਾ ਸਿੰਘ ਬਹਾਦਰ ਜਿਹੜਾ ਸਾਡਾ ਹੈ ਨਾ ਜਰਨੈਲ ਹੈ ਸਭ ਤੋਂ ਵੱਡਾ, ਔਰ ਜਿਹਨੇ ਤਨ ਮਨ ਧਨ ਸੌਂਪਿਆ, ਔਰ ਜੋ ਉਸ ਤੋਂ ਬਾਅਦ ਉਸ ਨੂੰ ਤਾਕਤ ਮਿਲੀ, ਔਰ ਜੋ ਪੂਰੀ ਜ਼ਿੰਦਗੀ ਪੂਰੀ ਦੁਨੀਆ ਉਸ ਇਤਿਹਾਸ ਨੂੰ ਭੁੱਲ ਨਹੀਂ ਸਕਦੀ, ਤੇ then where do we stand? So then what is the practical application? ਤਨ ਮਨ ਧਨ ਸਭ ਸੌਂਪ ਗੁਰ ਕੋ। ਕਿਉਂਕਿ ਤਨ ਮੇਰਾ, ਇਹਦੇ ਨਾਲ ਮੈਂ ਆਪਣਾ ਕੰਮ ਕਰਨਾ, ਦੁਨੀਆ ਚਲਾਣੀ ਹੈ। ਮਨ ਅਸੀਂ ਇਸ ਦਾ ਪ੍ਰੈਕਟੀਕਲ ਐਸਪੈਕਟ ਦੇਖੀਏ ਤੇ ਧਨ ਦੇ ਵਿੱਚ ਤੇ ਅੱਜ 1/10 ਵੀ ਅਸੀਂ ਆਪਣਾ ਨਹੀਂ ਦੇ ਰਹੇ, 10ਵਾਂ ਵੀ ਨਹੀਂ ਦੇ ਰਹੇ। ਪਰ ਕੀ ਗੁਰੂ ਸਾਨੂੰ ਨਹੀਂ ਮੰਨਦਾ ਕਿ ਅਸੀਂ ਆਪਣਾ ਲੈਵਿਸ਼ਲੀ ਜੀਵਨ ਜੀਵੀਏ? ਇਜ਼ ਹੀ ਅਪੋਜ਼ਿੰਗ ਦੈਟ? ਇਹ ਵੀ ਤੇ ਸੋਚਣਾ ਹੈ। ਸੋ ਇਹਦੀ ਪ੍ਰੈਕਟੀਕੈਲਿਟੀ ਤੁਸੀਂ ਕੋਈ ਮੇਰੇ ਨਾਲ ਡਿਸਕਸ ਕਰੋ ਥੋੜੀ ਜੀ, ਤੇ ਫਿਰ ਜਿਹੜਾ ਮੇਰੇ ਸੋਚ ਵਿੱਚ ਹੈਗਾ ਮੈਂ ਆਪ ਜੀ ਨੂੰ ਪਾਣੀ ਆ। ਰੁਪਿੰਦਰ ਜੀ ਕਹਿਣਾ ਚਾਹਦੇ ਨੇ, does it mean ਕਿ ਤੁਸੀਂ ਤਨ ਮਨ ਧਨ ਉਹਦੇ ਗੁਰੂ ਦੇ ਨਿਯਮਾਂ ਅਨੁਸਾਰ use ਕਰੋ, within his rules, within his niyam, so you spend or you live the life in a very balanced state, or according to his not I won't say teachings, but according to his niyam ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ, ਉਹਨਾਂ ਦੇ ਨਿਯਮਾਂ ਦੇ ਅੰਦਰ। for example, you should earn ਧਨ but without the greed, ਉਹ ਜਿਹੜੀ greed ਨਹੀਂ ਉਸ ਧਨ ਚ ਹੋਣੀ ਚਾਹੀਦੀ। ਰਾਈਟ। maybe you should ਸੇਵਾ ਵੀ ਕਰਨੀ ਹੈ ਜਾਂ ਤਨ ਨਾਲ ਵੀ ਸੇਵਾ ਕਰਨੀ ਹੈ। that doesn't mean ਕਿ ਤੁਸੀਂ ਜਾ ਕੇ ਜੁੱਤੀਆਂ ਝਾੜ ਕੇ ਕਰੀ ਜਾਓ। ਤਨ means ਕਿ your body to the fullest of its extent, is that what I mean? ਯੂ ਆਰ ਨੀਅਰ। ਕਾਫੀ ਕੁਝ ਤੁਸੀਂ ਮਤਲਬ ਐਟਲੀਸਟ ਆਪਣੀ ਰੂਪ ਰੇਖਾ ਤੇ ਉਹ ਲਾਈਨ ਤੇ, ਦੈਟਸ ਵੈਰੀ ਗੁੱਡ ਥਿੰਕਿੰਗ ਇਨ ਦੈਟ ਡਾਇਰੈਕਸ਼ਨ। ਹੋਰ ਕੋਈ ਐਡ ਕਰੋ ਇਹਦੇ ਵਿੱਚ, ਬਿਕਾਜ਼ ਤੁਹਾਡਾ ਐਕਸਪ੍ਰੈਸ਼ਨ ਵੀ ਵਧੇਗਾ ਜਦੋਂ ਕਰੋਗੇ ਤੇ। ਹਾਂਜੀ। ਤਨ ਦਾ ਮਤਲਬ ਤਨ ਨੂੰ ਤੁਸੀਂ ਜਾਨੀ ਸ਼ਬਦ ਜਿਹੜਾ ਜੋ ਵੀ ਸ਼ਬਦ ਪ੍ਰੀਚ ਕਰ ਰਿਹਾ, ਹਾਂਜੀ, ਉਹਦੇ ਅਨੁਸਾਰ ਹੀ ਤਨ ਵੀ ਮਨ ਵੀ ਧਨ ਵੀ, ਯਾਨੀ ਉਸ ਅਕੋਰਡਿੰਗਲੀ ਜਿਹੜੇ ਹੁਕਮ ਵੀ ਸ਼ਬਦ ਹੀ ਹੈ ਨਾ। ਸ਼ਬਦ ਇਜ਼ ਏ ਵਿਜ਼ਡਮ, ਜਿਹੜੀ ਵਿਜ਼ਡਮ ਗੁਰਬਾਣੀ ਸਾਨੂੰ ਦੇ ਰਹੀ ਆ, ਉਹਦੇ ਅਨੁਸਾਰ ਹੀ ਅਸੀਂ ਜਿਹੜਾ ਤਨ ਨੂੰ ਰਿਸ਼ਟ ਪੁਸ਼ਟ ਕਰ ਸਕਦੇ ਹਾਂ। ਵੀ ਜਿਸ ਤਰ੍ਹਾਂ ਗੁਰਬਾਣੀ 'ਚ ਕਿਹਾ ਵੀ ਉਹਨਾਂ ਕੁ ਖਾਓ ਜਿੰਨਾ ਕੁ ਰਾਈਟ ਤੁਹਾਡੇ ਵਾਸਤੇ ਜ਼ਰੂਰੀ ਆ। ਇਸ ਤਰ੍ਹਾਂ ਜਿਹੜਾ ਮਨ ਨੂੰ ਤਾਂ ਗੁਰਬਾਣੀ ਐਕਸਪਲੇਨ ਦੱਸਦੀ ਉਹ ਬਹੁਤ ਕੁਛ ਆ ਵੀ ਮਨ ਨੂੰ ਆਪਾਂ ਕਿਵੇਂ ਰਿਸ਼ਟ ਪੁਸ਼ਟ ਰੱਖ ਸਕਦੇ ਹਾਂ। ਸੇਮ ਥਿੰਗ ਜਿਹੜਾ ਧਨ ਆ, ਜਿਹੜਾ ਭੈਣ ਜੀ ਉਹਨਾਂ ਨੇ ਵੈਰੀ ਗੁੱਡ ਕਿਹਾ ਵੀ ਉਹ ਜਿਹੜਾ ਗਰੀਡ ਨਾ ਹੋਵੇ, ਜਿਹੜਾ ਜੋ ਵੀ ਤੁਸੀਂ ਕੁਛ ਓਨੈਸਟ ਤੁਹਾਡੀ ਅਰਨਿੰਗ ਹੋਣੀ ਚਾਹੀਦੀ। ਪਰ ਥੋੜਾ ਜਿਹਾ ਹਾਰਡ ਨਹੀਂ ਹੈ ਕਿ ਇੱਕ ਬੰਦਾ ਚਾਹੁੰਦਾ ਹੈ ਕਿ ਮੇਰੇ ਕੋਲ ਫਾਰਮ ਹਾਊਸ ਤੇ ਘਰ ਹੋਵੇ, ਵੱਡਾ ਹੋਵੇ, ਹੈ ਨਾ, ਉਹਦੀਆਂ ਉਹ ਹੈਗੀਆਂ, ਐਂਡ ਔਨ ਦ ਸੇਮ ਟਾਈਮ ਹੀ ਹੈਜ਼ ਟੂ ਲਰਨ ਟੂ ਅਪਲਾਈ ਕਿ ਵੀ
tan man tan sab सौंप गुर को, and he is in a conflict in himself, you know, I earned this 20-25 साल लगा के, and you know, I want to own this territory, so is it going to be aligned with the guru, and or versus मैं स्थानों किथे, you know, उत्थे लगावां. So there are so many conflicts. But nothing wrong with having like a foreign policy. ਇਹਦੇ ਵਿੱਚ ਤਾਂ ਜਿਹੜੀ ਗੁਰਬਾਣੀ ਤਾਂ ਨਹੀਂ ਕਹਿੰਦੀ ਵੀ you shouldn't have a foreign policy. पर ਜਦੋਂ ਆ ਜਾਏਗਾ ਤਨ ਮਨ ਤਨ ਸਭ ਸੌਂਪ ਗੁਰੂ ਕੋ, ਹਾਂਜੀ, ਉਹ ਤਾਂ literal meaning ਆ ਗਿਆ। ਲਾਈਕ ਉਹ ਤਾਂ ਸੌਂਪ ਦਾ ਮਤਲਬ ਤਾਂ ਉੱਥੇ ਸੀ ਅਕੋਰਡਿੰਗ ਟੂ ਦ ਹਿਸ ਨਿਜ਼ਮ। ਨਿਜ਼ਮ ਅਸੀਂ ਉਹਦੇ ਨਿਜ਼ਮ ਦੇ ਉਹ ਨਾਲ ਨਿਜ਼ਮ। ਚੱਲਣਾ, ਉਹਨੂੰ ਭੰਗ ਨਹੀਂ ਕਰਨਾ। ਨਿਜ਼ਮ ਦੇ ਵਿੱਚ ਰਹਿੰਦੇ ਹੋਏ ਅਸੀਂ ਜੋ ਮਰਜ਼ੀ ਫਲੋਰਿਸ਼ ਕਰ ਸਕਦੇ ਹਾਂ। ਬਟ ਦੈਨ ਨਿਯਮ ਤੇ ਕਿੱਥੇ ਕੋਈ ਕੋਡ ਆਫ ਕੰਡਕਟ ਬੁੱਕ ਤੇ ਹੈ ਨਹੀਂ ਨਿਯਮ ਦੀ. ਮੈਂ ਵੀ ਇੱਥੇ ਤਾਂ It is not that, you know. Yeah. When we ਐਸਾ say ਨਹੀਂ ਕੋਈ like ਸਾਡੇ ਵਾਸਤੇ. ਜਿਹੜੀਆਂ ਵਰਚੂਜ਼ ਨੇ ਉਹ ਸਾਡਾ ਨਿਯਮ ਹੀ ਆ। ਗੁਰਬਾਣੀ ਦੀਆਂ ਵਰਚੂਜ਼ ਜਿਹੜੀਆਂ ਸਾਨੂੰ ਅਸੀਂ ਜੇ ਉਹਨਾਂ ਦੇ ਅਕੋਰਡਿੰਗ ਚੰਗੇ ਸੰਸਕਾਰ ਵੀ ਤਾਂ ਆਪਣੀ ਫਿਰ ਵੈਲਥ ਹੀ ਹੋ ਗਈ, ਉਹ ਵੀ ਪਰ ਤੁਸੀਂ ਉਹਦੇ ਕੰਪੈਰੀਜ਼ਨ ਦੇ ਵਿੱਚ ਉਹ ਦੇਖੋ ਜਿਨ੍ਹਾਂ ਨੇ ਆਪਣੇ ਜੇਕਰ ਅਸੀਂ ਮੱਖਣ ਸ਼ਾਹ ਲਵਾਣਾ ਦੀ ਗੱਲ ਕਰੀਏ ਹੈ ਨਾ, ਆਪਣੇ ਜਿਹੜੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਉਹਦਾ ਧੜ ਦਾ ਸੰਸਕਾਰ ਕੀਤਾ ਹੈ. ਨਹੀਂ, ਬੰਜ਼ਾ ਲੱਖੀ ਸ਼ਾਹ ਤੇ ਉਹਨਾਂ ਦੇ ਲੈਵਲ ਤੇ ਦੇਖੀਏ ਕਿ ਉਹਨਾਂ ਨੇ ਤੇ ਆਪਣਾ ਘਰ ਵੀ ਜਲਾ ਕੇ, ਸੋ ਦੈਟ ਮੀਨਸ ਆਪਣੇ ਘਰ ਨੂੰ ਕੋਈ ਵੇਚ ਕੇ ਵੀ ਸਿੱਖ ਅਗਰ ਕੋਈ ਆਪਣੀ ਸੇਵਾ ਦਾ ਐਸਪੈਕਟ ਲੈਣਾ ਚਾਹੁੰਦਾ ਹੈ, ਸੋ ਉਹ ਵੀ ਐਗਜ਼ਿਸਟ ਕਰਦਾ ਹੈ ਉੱਥੇ. ਬਿਲਕੁਲ। ਯਾਨੀ ਜੇ ਕੋਈ ਇਸ ਤਰ੍ਹਾਂ ਨੀਡ ਹੋ ਜਵੇ ਤੁਹਾਨੂੰ ਫਾਰਮ ਵੇਚਣਾ ਵੀ ਹੋਇਆ ਜੇ ਇੱਕ ਵਾਰ ਬਣਾ ਲਓ, then you should be able to sell it, right? Try to understand. Right. Detachment, stay detached, don't be attached to whatever. ਸੋ ਜੋ ਮੈਨੂੰ ਸਮਝ ਆਇਆ ਹੈ ਥੋੜਾ ਜਿਹਾ, ਆਈ ਟਰਾਈ ਟੂ ਗੋ ਵਿਦ ਦਿਸ ਵਰਡ ਤਨ ਮਨ ਤਨ, ਤੇ ਮੈਂ ਇਹਨਾਂ ਦੇ ਲਿਟਰਲ ਡੀਪਰ ਮੀਨਿੰਗ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤਨ ਦੇ ਭਾਵ ਜਿਹੜਾ ਹੈ, ਯੂ نو, ਸਾਡੀ ਇਹ ਚਮੜੀ ਵੀ ਹੈ, ਤਨ ਦਾ ਮਤਲਬ ਸੋਹਣਾ ਵੀ ਹੈ, ਕੋਮਲ ਵੀ ਹੈ, ਯੂ نو, ਕਿੰਨੇ ਅਰਥਾਂ ਵਿੱਚ ਯੂਜ਼ ਹੁੰਦਾ ਹੈ ਗੁਰਬਾਣੀ ਦੇ ਵਿੱਚ. ਮਨ ਜਿਹੜਾ ਉਹ ਸਾਨੂੰ ਸਭ ਨੂੰ ਪਤਾ ਹੈ, ਸਾਡਾ ਸੁਭਾਅ, ਸਾਡਾ ਆਚਰਣ ਹੈ ਨਾ, ਦੈਟਸ ਮਨ, ਜੋ ਸਾਡਾ ਸੁਭਾਅ ਹੈ ਉਹ ਸਾਡਾ ਮਨ ਹੈ. ਤੇ ਤਨ does not mean only the ਤੁਹਾਡਾ money material ਹੈ ਨਾ. ਤਨ ਸੁਹਾਗਣ ਨਾਨਕਾ, ਤਨ ਤੇ ਸਲਾਮ ਨੂੰ ਵੀ ਕਿਹਾ ਹੋਇਆ ਹੈ, ਕਹਿੰਦੇ ਕਿਸੇ ਦੀ ਪ੍ਰੇਜ਼ਿਸ ਕਰਨੀ, ਤਨ ਗੁਰੂ ਨਾਨਕ ਸਾਹਿਬ ਨਹੀਂ ਕਹਿੰਦੇ ਅਸੀਂ. ਸੋ ਤਨ ਦੇ ਵੀ ਅਨੇਕਾਂ ਅਰਥ ਨੇ. ਇੱਕ ਜਗ੍ਹਾ ਤੇ ਤਨ ਆਂਦਾ ਹੈ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ, ਤਨ ਜੀਵ ਰੂਪੀ ਇਸਤਰੀ ਨੂੰ ਵੀ ਤਨ ਕਿਹਾ ਗਿਆ ਹੈ. ਜਿਵੇਂ ਅਸੀਂ ਕਹਿੰਦੇ ਨਾ ਤਨ ਪਿਰੇ ਨਾ ਆਖੀਆਂ ਪਤੀ ਪਤਨੀ, ਸੋ ਜੀਵ ਰੂਪੀ ਇਸਤਰੀ ਨੂੰ ਵੀ ਉਹ ਧਨ ਨਹੀਂ ਹੈਗਾ ਬਿਨਾ ਟਿੱਪੀ ਤੋਂ। ਧਨ ਫਿਰ ਕਈ ਸੋਚ ਧਨ ਪੇ ਨਹੀਂ, ਬਿਨਾ ਟਿੱਪੀ ਤੋਂ ਧਨ ਪੇ, ਹਾਂ ਇਹ ਵੀ ਬਿਨਾਂ ਟਿੱਪੀ ਦੇ ਹੀ ਇਹ ਵੀ ਬਿਨਾ ਟਿੱਪੀ ਤੋਂ ਹੀ ਹੈ. ਇਹ ਵੀ ਬਿਨਾਂ ਟਿੱਪੀ ਦੇ ਹੀ ਹੈ. ਆਮ ਆਪਾਂ ਫਿਰ ਬੋਲਦੇ ਟਿੱਪੀ ਨਾਲ ਰਾਈਟ ਬੋਲਦੇ ਅਸੀਂ ਉਸ ਤਰ੍ਹਾਂ ਵਾ. ਸੋ ਇਨ ਅ ਵੇ ਜੋ ਮੈਨੂੰ ਸਮਝ ਆਈ ਇਹ ਗੱਲ ਕਿ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਇਹਦੇ ਵਿੱਚ ਪੂਰੇ ਦੇ ਵਿੱਚ ਕਿ ਤੂੰ ਕੀ ਕਰ, ਆਪਣਾ ਸਭ ਸੌਂਪ ਗੁਰ ਕੋ. ਇਹ ਸਾਰੇ ਦੇ ਵਿੱਚ ਨਾ ਤੇਰਾ ਮੈਂਟਲ ਸਟਰਕਚਰ, ਤੇਰਾ ਬਿਲੀਫ ਸਿਸਟਮ ਹੈ ਨਾ, ਬਸ ਉਹ ਸੌਂਪ ਦੇ ਗੁਰੂ ਨੂੰ, ਉਹਦੇ ਕੋਲ ਨਵਾਂ ਬਿਲੀਫ ਲੈ ਲੈ. ਅਭੀ ਜਿਹੜਾ ਆਪਾਂ ਬਣਾਇਆ ਹੋਇਆ ਪਹਿਲਾਂ ਵੀ ਆਹ ਘਰ ਆ ਮੇਰਾ, ਕਿਤੇ ਕ੍ਰੋਧ ਵਾਲਾ ਕੰਮ ਵਾਲਾ, ਕਿੰਨੇ ਸਾਰੇ ਬਣਾਏ ਹੋਏ. ਆਪਣਾ ਦੇਖੋ, ਸਾਨੂੰ ਸਮਾਜ ਨੇ, ਸੋਸਾਇਟੀ ਨੇ, ਜੋ ਅਸੀਂ ਵੱਡੇ ਹੋ ਰਹੇ ਆ ਨਾ, ਜਾਂ ਸਾਡੇ ਪੇਰੈਂਟਸ ਜਾਂ ਅਸੀਂ ਆਪਣੇ ਬੱਚਿਆਂ ਨੂੰ ਇੱਕ ਬਿਲੀਫ ਸਿਸਟਮ ਬਚਪਨ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ ਸਾਨੂੰ ਸੋਚਣੇ ਦਾ. ਐਂਡ ਉਸ ਬਿਲੀਫ ਸਿਸਟਮ ਦਾ ਜੋ ਸਟਰਕਚਰ ਜੋ ਬੰਦਾ ਹੈ, ਅਲਟੀਮੇਟਲੀ ਸਾਡੀ ਜ਼ਿੰਦਗੀ ਉਹੀ ਹੈ. ਬਿਲੀਫਸ ਸਾਡੇ ਹੀ ਸਾਡੀ ਡੈਸਟਨੀ ਨੂੰ ਅਲਟੀਮੇਟਲੀ ਮੇਜਰ ਕਰਦੇ ਨੇ. ਬਿਲੀਫ ਇਜ਼ ਦਾ ਐਵਰੀਥਿੰਗ. ਕੋਰ ਬਿਲੀਫ ਜਿਹੜੇ ਹੁੰਦੇ ਨੇ ਉਹੀ ਸਾਡਾ ਫਿਲਟਰ ਹੈ, ਅਸੀਂ ਦੁਨੀਆ ਨੂੰ ਉਹਦੇ ਵਿੱਚੋਂ ਹੀ ਦੇਖਦੇ ਹਾਂ. ਜਦੋਂ ਸਾਡੀ ਸੋਚਣੀ ਦੇ ਵਿੱਚ ਅਸੀਂ ਉਤਸ਼ਾਹ ਦਾ ਤੇਲ ਪਾ ਦਿੰਦੇ ਆ, ਉਹ ਸਾਡਾ ਇੱਕ ਪੱਕਾ ਵਿਸ਼ਵਾਸ ਬਣ ਜਾਂਦਾ ਹੈ. ਕੋਈ ਵੀ ਸੋਚਣੀ ਬਿਨਾਂ ਉਤਸ਼ਾਹ ਦੇ ਫਿੱਕੀ ਹੈ. ਸੋਚਣੀ ਦੇ ਵਿੱਚ ਜਿਉਂ ਹੀ ਉਤਸ਼ਾਹ ਦਾ ਤੇਲ ਪਿਆ, that becomes our faith. ਸੋ ਇਨ ਅ ਵੇ ਲੈ ਦੇ ਕੇ ਅਸੀਂ ਸਾਰੇ ਇੱਕ ਸੋਚ ਹੈਗੇ ਆ. ਤਾਂ ਗੁਰੂ ਸਾਹਿਬ ਜੀ ਜਦੋਂ ਤਨ ਮਨ ਧਨ ਕਹਿ ਰਹੇ ਨੇ, ਤਾਂ ਉਸ ਵਕਤ ਸਾਨੂੰ ਬੇਸਿਕਲੀ ਜੋ ਮੈਸੇਜ ਦੇ ਰਹੇ ਨੇ ਉਹ ਇਹ ਹੀ ਦੇ ਰਹੇ ਨੇ ਕਿ ਤੇਰਾ ਜਿਹੜੀ ਸੋਚਣੀ ਹੈ, ਤੇਰਾ ਬਿਲੀਫ ਹੈ ਨਾ, ਉਹ ਉਹਦੇ ਅੱਗੇ ਰੱਖ ਦੇ. ਕਿਉਂਕਿ ਗੁਰਬਾਣੀ ਵਿੱਚ ਸਿਰ ਤਰ ਤਲੀ ਗਲੀ ਮਰਿਆਓ, ਅਲਟੀਮੇਟਲੀ ਕਨਸੈਪਟ ਤੇ ਉਹੀ ਹੈ.
ਐਸਾ ਸਤਿਗੁਰੂ ਜਿਉ ਮਿਲੇ ਤਿਸਨੂੰ ਸਿਰ ਸੌਂਪੀਐ। ਸੋ ਗੱਲ ਸਿਰ ਸੌਂਪਣ ਦੀ ਚੱਲ ਰਹੀ ਹੈ, ਪਰ ਜਦੋਂ ਸਿਰ ਸੌਂਪ ਦਿੱਤਾ ਅਸੀਂ ਤਾਂ ਆਟੋਮੈਟਿਕਲੀ ਬਾਕੀ ਜੋ ਸਾਡਾ ਤਨ ਔਰ ਮਨ ਹੈਗਾ ਹੈ, ਜੇਕਰ ਫਿਜ਼ੀਕਲ ਤੌਰ ਦੇ ਉੱਤੇ, ਤੇ ਉਹਦੇ ਵਿੱਚ ਅਲਾਈਨਡ ਹੋ ਹੀ ਜਾਏਗਾ। ਬਿਕਾਜ਼ ਨਾਓ ਯੂਰ ਸੋਚਿੰਗ, ਦੇਖੋ ਮੇਰੀ ਸੋਚਣੇ ਦੇ ਵਿੱਚ ਜੇਕਰ ਸਾਦਗੀ ਆ ਗਈ ਹੈ ਨਾ ਗੁਰੂ ਨੂੰ ਦੇਖ ਕੇ, ਨਾਓ ਰੈਸਟ ਆਫ ਦਾ ਥਿੰਗਸ ਫੋਲੋ ਦੈਟ। ਮੈਨੂੰ ਬਦਲਣੀ ਤਾਂ ਸਿਰਫ ਸੋਚਣੀ ਸੀ ਨਾ ਆਪਣੀ। ਸੋ ਦੈਟ ਮੀਨ ਮੈਨੂੰ ਕੰਮ ਆਪਣੀਆਂ ਦੂਜੀਆਂ ਚੀਜ਼ਾਂ ਤੇ ਨਹੀਂ ਕਰਨਾ, ਕੰਮ ਸਿਰਫ ਇੱਕੋ ਚੀਜ਼ ਤੇ ਕਰਨਾ ਹੈ, ਆਪਣੀ ਸੋਚ ਦੇ ਉੱਤੇ। ਸੋ ਗੁਰੂ ਪਾਤਸ਼ਾਹ ਜੀ ਮੇਰੇ ਮੁਤਾਬਕ ਇੱਥੇ ਇਹੀ ਕਹਿ ਰਹੇ ਨੇ ਕਿ ਅਲਟੀਮੇਟਲੀ ਆਪਣੇ ਇਸ ਮਨ ਨੂੰ, ਆਪਣੇ ਇਸ ਬਿਲੀਫ ਸਿਸਟਮ ਨੂੰ, ਇਸ ਕਰਕੇ ਆਪ ਜੀ ਦੇਖੋ ਸਾਰੇ, ਮੈਂ ਇੱਕ ਨੀਚੇ ਦੁਬਾਰਾ ਇੰਗਲਿਸ਼ ਦੀ ਲਾਈਨ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਪਹਿਲੇ ਮੀਨਿੰਗ ਲਿਖੇ ਨੇ। ਸੋ what actually Guru Sahib is saying in this, he says surrender your mental structure, belief, to create new beauty of the man which resonates with the divine will and you attain such state of mind ਤੈਨੂੰ ਆਨੰਦ ਜਿਹਦੇ ਚੋਂ ਮਿਲੇ। ਤੁਸੀਂ ਥੋੜਾ ਜਿਹਾ ਇੱਥੇ ਗੌਰ ਕਰੋ ਗੱਲ ਨੂੰ ਜੋ ਮੈਂ ਕਹਿਣ ਲੱਗੀ ਆ। ਜੇਕਰ ਬਿਲੀਫ ਸਿਸਟਮ ਸੋਚਣੀ ਬਦਲਦੀ ਹੈ, ਪਹਿਲੇ ਤੇ ਇੱਕ ਕੰਮ ਕਰੀਏ, ਤੁਸੀਂ ਨੀਚੇ ਦੇਖੋ, ਮੈਂ ਦੇਖੋ ਪਾਇਆ ਹੁਣ ਨਾਲ ਦੇ ਨਾਲ ਸ਼ੀਟ ਪਾਈ ਹੈ। ਪੈਨ ਡਾਊਨ ਯੋਰ ਬਿਲੀਫਸ in each of the following categories and analyze if these resonate with the divine will. Behavior belief. ਸਭ ਤੋਂ ਪਹਿਲੇ ਤਾਂ ਤੁਸੀਂ ਆਪਣੇ ਜੋ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਬਿਹੇਵੀਅਰ ਦੇ ਬਾਰੇ ਆਪਣਾ ਬਿਲੀਫ ਸਾਨੂੰ ਦਿੱਤਾ ਗਿਆ ਸੀ ਜਾਂ ਪਾਇਆ ਗਿਆ ਸੀ, ਹੈ ਨਾ। ਕੋਈ ਇੱਕ ਬਿਲੀਫ ਦੀ ਗੱਲ ਕਰੋ। ਦੋ ਬੱਚੇ ਹੈ, ਇੱਕ ਐਗਜ਼ਾਮਪਲ ਬਣਾਓ, ਦੋ ਭੈਣ ਭਰਾ ਛੋਟੇ ਹੈ ਨਾ। ਮੰਮੀ ਕਹਿ ਰਹੀ ਕਿਉਂ ਲੜਦੇ ਪਿਓ, ਇਹਨੇ ਪਹਿਲੇ ਮੈਨੂੰ ਮਾਰਿਆ ਸੀ ਫਿਰ ਮੈਨੂੰ ਮਾਰਿਆ ਸੀ। ਨਾਓ ਦਿਸ ਬਿਲੀਫ ਕੰਟੀਨਿਊਸ। ਛੋਟੇ ਦੋ ਨਿਆਣੇ ਸ਼ੁਰੂ ਹੋਏ ਨਾ, ਹੈ ਨਾ, ਕਿਉਂ ਲੜਦੇ ਪਿਓ, ਕਿਉਂਕਿ ਪਹਿਲੇ ਇਹਨੇ ਮੈਨੂੰ ਮਾਰਿਆ ਸੀ, ਜੇ ਇਹਨੇ ਮਾਰਿਆ ਸੀ ਤਾਂ ਹੀ ਮੈਂ ਮਾਰਿਆ। ਹੁਣ ਇਹ ਕੀ ਬਣ ਗਿਆ, ਬਿਲੀਫ। ਇਹ ਸਾਡਾ ਬਿਹੇਵੀਅਰਲ ਬਿਲੀਫ ਹੈ, ਇੱਕ ਇਸ ਤਰ੍ਹਾਂ ਦੇ ਅਨੇਕਾਂ ਬਿਲੀਫ ਨੇ। ਹੁਣ ਇਹ ਕਿੱਥੋਂ ਲਿਆ ਸੀ, ਗੁਰੂ ਕੋਲ ਲਿਆ ਨਹੀਂ। Now this structure has to be given out. थोड़ा जिहा अपना तुसी एक बिलीफ लिखो पहले। Take a minute and write any, because ਤੁਹਾਡੀ ਨੋਟਬੁੱਕ ਹੈਗੀ, ਇਹਦੇ ਵਿੱਚ ਮੈਂ ਕਦੀ ਕਿਸੇ ਦੀ ਚੈੱਕ ਨਹੀਂ ਕਰਦੀ। So it's your personal. Just write in one behavior belief ਜਿਹੜਾ ਤੁਹਾਨੂੰ society ਤੋਂ, ਸਮਾਜ ਤੋਂ। For example, ਮੈਨੂੰ ਹੋਰ ਧਿਆਨ ਆਇਆ ਕਿ to get the job done, I have no choice, I have to shout. ਕੰਮ ਕਰਦਾ ਹੀ ਨਹੀਂ, है ना। So please write down and then ਅੱਗੇ ਲਿਖ ਰਹੇ ਹੋ ਨਾਲ ਤੁਸੀਂ, very good। ਤੇ ਲਿਖੋ, ਦੇਖੋ ਕਿ ਅੱਗੇ ਰੈਜ਼ੋਨੇਟ ਕਰਦਾ ਹੈ ਡਿਵਾਈਨ ਵਿਲ ਨਾਲ, ਜੇ ਨਹੀਂ ਤੇ ਅੱਗੇ ਲਿਖ ਦੋ ਨੋ, ਮੇਰਾ ਬਿਲੀਫ ਉਹਦੇ ਨਾਲ ਰੈਜ਼ੋਨੇਟ ਨਹੀਂ ਕਰਦਾ। ਬਾਰੇ ਵੀ ਲਿਖੋ ਜੋ ਤੁਸੀਂ ਬਿਲੀਵ ਕਰਦੇ ਸੀ, ਜੋ ਤੁਹਾਨੂੰ ਪਾਇਆ ਗਿਆ ਹੈ। ਤਾਂ ਕੁਝ ਬੁਰਾ ਹੋ ਸਕਦਾ, ਵੈਸੇ ਰਿਲੀਜੀਅਸ ਜੋ ਵੀ ਤੁਸੀਂ, ਇੱਕ ਨਹੀਂ ਰਿਲੀਜੀਅਸਲੀ ਤਾਂ ਕਿਤਨੇ ਹੀ ਆ ਜਾਣਗੇ ਨਾ, ਸਾਰੇ ਹੀ ਸਾਨੂੰ। ਮੈਨੂੰ ਹਲੇ ਤੱਕ ਵੀ ਲੱਗਦਾ ਜੇ ਕਿਸੇ ਦਿਨ ਪ੍ਰੇਅਰ ਮਿਸ ਹੋ ਜਾਵੇ ਤਾਂ ਲੱਗਦਾ ਘਰ 'ਚ ਸ਼ਾਇਦ ਕੋਈ ਕਲੇਸ਼ ਖੜਾ ਹੋ ਜਾਏਗਾ, because it has been injected। ਧੰਨ ਸਭ ਸੌਂਪ ਗੁਰੂ ਕੋ, ਆਪਣੇ ਬਿਲੀਫ ਉੱਤੇ ਅੱਗੇ ਰੱਖ ਦੇ। ਐਂਡ ਸਾਡੀਆਂ ਸੋਚਾਂ ਦਾ ਕਿੰਨਾ ਵੱਡਾ ਸਮੁੰਦਰ ਹੈ, ਅਬਾਊਟ ਲਾਈਫ, ਅਬਾਊਟ ਐਵਰੀਥਿੰਗ। ਸਕਸੈਸ ਕੀ ਹੈ ਨਾ, ਬਿਊਟੀ ਕੀ ਹੈ, ਜੀਵਨ ਕੀ ਹੈ, ਹਰ ਚੀਜ਼ ਦੇ ਉੱਤੇ ਸਾਡੀ ਇੱਕ ਆਪਣੀ ਮਨ ਕੜਨ ਚੀਜ਼ ਹੈ, ਸਾਨੂੰ ਸਮਾਜ ਨੇ ਦਿੱਤੀ ਹੈ। ਜੇਕਰ ਅਸੀਂ ਸਿੱਖੀ ਦੇ ਵਿੱਚ ਧਿਆਨ ਮਾਰੀਏ ਕਿ ਇੱਕ ਗੁਰੂ ਪਾਤਸ਼ਾਹ ਮੰਨ ਲਓ ਜਿਹੜੇ ਜਿਨ੍ਹਾਂ ਨੇ ਆਪਣੀ ਗੁਰੂਸ਼ਿਪ ਲਈ, ਫॉर ਐਗਜ਼ਾਮਪਲ ਗੁਰੂ ਅਮਰਦਾਸ ਸਾਹਿਬ ਜੀ ਨੇ ਲਈ, ਅਸੀਂ ਕਹਿ ਦਿੰਦੇ ਹਾਂ 12 ਸਾਲ ਲੱਗੇ,
ਐਂਡ ਅਸੀਂ ਕਦੇ ਸੋਚਿਆ ਨਹੀਂ ਕਿ ਉਹ 12 ਸਾਲ ਦਾ ਮਤਲਬ ਕੀ ਸੀ। ਉਹ ਬਿਲੀਫ ਸਿਸਟਮ ਨੂੰ ਹੀ ਬਦਲਣ ਦਾ ਮਤਲਬ ਸੀ, ਉਹ ਸਿਰਫ ਘੜੇ ਪਾਣੀ ਦੇ ਚੁੱਕ ਕੇ ਲਿਆਉਣ ਨੂੰ ਨਹੀਂ ਸੀ। that was really miracle, right? ਵੀ ਜਿਹਨੇ ਇੰਨੀ 올ਡ ਏਜ ਦੇ ਵਿੱਚ ਜਿਹੜਾ ਕਿਸੇ ਹੋਰ ਬਲੀਫ ਸਿਸਟਮ ਦੇ ਵਿੱਚ ਢਲਿਆ ਹੋਵੇ, ਯੰਗ ਏਜ ਤਾਂ ਚਲੋ ਠੀਕ ਆ, ਉਹ ਬਾਅਦ ਦੇ ਵਿੱਚ ਇੱਕ ਸਾਡਾ ਗੁਰੂ ਬਣ ਜਾਵੇ। ਆਈ ਥਿੰਕ that's really commendable example ਸਾਡੇ ਵਾਸਤੇ ਸਮਝਣ ਵਾਸਤੇ ਕਿ ਅਸੀਂ ਕਹਿ ਦਿੰਦੇ ਹਾਂ ਨਾਰਮਲੀ ਕਿ ਹੁਣ 60-65 ਵਾਲੇ ਨੂੰ ਤਾਂ ਇਨਕਲੂਡ ਹੀ ਨਾ ਕਰੋ, ਦੇ ਆਰ ਨਾਟ ਗੋਇੰਗ ਟੂ ਚੇਂਜ, ਅਸੀਂ ਇਹ ਕਹਿ ਦਿੰਦੇ ਹਾਂ। And the kids also, they talk to me, okay, I don't think what you are teaching me, my mom is going to change. They say it. I don't know किस तरह figure out कर लेंगे ने बच्चे, but they say this statement कि my mom is not going to change. It's also very true. I have a question, है ना? For example, तुसी example लेता कि बच्चे दो लड़ते ने, है ना? तो एक बच्चा कहता है मैंने मेरे मतलब मारा। So as a parents, I think we are always at loss to say कि फिर उन्होंने ऐसे की करिए भी, हाँ it's a justifiable, you know, like हाँ जी ने मनु मारा तो मैं नु मारा। So I think when my kids were that age, I really don't know what else to say. Yeah. You know, means do you know what I mean? So because you were injected something similar, something yeah. similar. So ਮੈਨੂੰ ਤਾਂ ਹਲੇ ਵੀ ਨਹੀਂ ਪਤਾ ਕਿ ਮੈਂ ਕੀ ਕਹਾਂ ਉਹਨਾਂ ਨੂੰ ਵੀ ਜਿਹਦੇ ਨਾਲ ਕਿ ਉਹ I could have given them the right knowledge or a more sensible response to that. That's what Penji I You're trained not them. alone. ਜਿਹੜੇ ਮੇਰੇ ਕੋਲ 2 ਘੰਟੇ ਆਉਂਦੇ ਨੇ ਉਹਨਾਂ ਨੂੰ ਮੈਂ ਇਹੀ ਟ੍ਰੇਨਿੰਗ ਦੇਣੀ ਹੈ। ਪਰ ਆਪਾਂ ਇਹ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਇੱਕ ਤਾਂ ਉਹਨਾਂ ਦੇ ਲਾ ਕਿਸੇ ਨੂੰ ਮੈਂ ਐਗਜ਼ਾਮਪਲ ਤੇ ਬੱਚੇ ਨੂੰ ਦੋ ਨੂੰ ਵੀ ਜੇ ਇੱਕ ਮਾਰੇ ਤੇ ਅੱਛੇ ਜੇ ਮਹਾਤਮਾ ਗਾਂਧੀ ਕਹਿੰਦੇ ਸੀ ਆਈ ਥਿੰਕ ਵੀ ਇੱਕ ਥੱਪੜ ਮਾਰਿਆ ਹੈ ਤਾਂ ਦੂਜੀ ਚੀਕ ਕੀ ਕਰਦੇ ਬੇਦਰ ਵੀ ਮਾਰ Listen to those things. so that they should realize with something. Bring on the thoughts, what you learned here, the thoughts you have previously you have been carrying, है ना? ਤਾਂ in a flip of a second ਤੁਹਾਨੂੰ ਇੱਕਦਮ ਉਹ ਹੋਏਗਾ ਕਿ yes I got my answer that I've been looking for, you know? ਜਿੱਦਾਂ ਹੁਣ ਭੈਣ ਜੀ ਸਾਨੂੰ ਇਹਨਾਂ ਨੇ ਦੱਸਿਆ ਵੀ ਆਤਮਕ ਮੌਤ ਕਿਹੜੀ ਹੈ, ਤਾਂ 6 ਮਹੀਨੇ ਮੈਂ ਆਪਣੇ ਆਪ 'ਚ ਸਟਰਗਲ ਕਰਦੀ ਰਹੀ ਵੀ ਕਿਹੜੀ ਆਤਮਕ ਮੌਤ ਹੁੰਦੀ ਹੈ, ਵੀ ਫਿਜ਼ੀਕਲ ਮੌਤ ਤਾਂ ਵੇਖੀ, ਆਤਮਕ ਕਿਹੜੀ ਹੈ ਹੁੰਦੀ ਹੈ। ਅੱਛਾ ਕਿਉਂ ਲਿਖਿਆ ਥਾਂ ਤੇ ਆਤਮਕ ਮੌਤ, but when I kept on building up on that, and one day I just realized, oh ਹੁਣ ਮੇਰੀ ਮੌਤ ਹੋ ਗਈ ਜਦੋਂ ਮੈਂ ਹੁਣ ਆ ਕੰਮ ਕਰਤਾ ਨਾ। ਸੋ ਲਾਈਕ that way you will get your answers. And I think ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ very very important ਮੇਰਾ ਪਰਸਨਲ ਐਕਸਪੀਰੀਅੰਸ ਕਿ ਜਦੋਂ ਮੈਨੂੰ ਸਮਝ ਆਇਆ ਸੀ ਕਿ ਗੁਰਬਾਣੀ ਦਾ ਡੈਸਟੀਨੇਸ਼ਨ ਕੀ ਹੈ, ਔਰ ਜੋ ਮੈਂ ਉਸ ਤੋਂ ਪਹਿਲੇ ਸਰਬ ਰੋਕਾ ਉਖੰਨਾ ਮਿਸ਼ਨ ਦੇ ਨਾਲ ਟੋਟਲੀ 100% ਯੂ نو ਜੁੜੀ ਹੋਈ ਸੀ। I took 1 week break from my school to understand my now direction in my life. I wanted total silence, peace to understand कि for no reason कर्ज ऑफ लिया होया मैं because I was working with my thoughts कि मैनू वो भी गुरबानी सी ए भी गुरबानी है but that's taking you to some pause, okay है ना, लगा के तुसी बस बोलते रहो and then you know थोड़ी सेहत ठीक हो जानी है and I was promoting that to people, ਲੱਗੀ ਹੋਈ ਸੀ ਲੋਕਾਂ ਨੂੰ ਪ੍ਰਮੋਸ਼ਨ ਕਰਨ। ਸਰਬ ਰੋਕਾ ਉਖਦ ਨਾਮ ਇੱਕ ਮਿਸ਼ਨ ਹੈ ਮੋਹਾਲੀ ਤੋਂ ਆਉਂਦੇ ਨੇ, ਇੱਥੇ ਸਾਰੇ ਟੋਰਾਂਟੋ 'ਚ ਵੀ ਹੁੰਦਾ ਹੈ। ਮੈਂ ਟਾਕਿੰਗ ਸਾਰੀ ਪੁਰਾਣੀ ਗੱਲ ਕਰ ਰਹੀ ਹਾਂ। ਨਹੀਂ ਉਹ ਡਿਕਸੀ ਗੁਰਦੁਆਰੇ ਤੇ ਗੁਰਦੁਆਰੇ ਚ ਲੱਗਦਾ ਚੰਗੀਆਂ ਗੱਲਾਂ ਤੇ ਹੈ ਨੇ but then that is not this what we are reading ਨਾ। ਉਹ ਥੋੜੀ ਜਿਹੀ ਤੁਕਾਂ ਲੈ ਕੇ ਉਹਨਾਂ ਨੇ ਤੁਕਾਂ ਲੈ ਕੇ ਤੁਹਾਨੂੰ ਤੁਹਾਡੀ ਹੈਲਥ ਦੇ ਨਾਲ ਟੁਕਾ ਕੇ ਹੈ ਨਾ, and then people say oh ਮੇਰਾ ਬ੍ਰੈਸਟ ਕੈਂਸਰ ਠੀਕ ਹੋ ਗਿਆ ਤਾਂ 5 ਦਿਨ ਆ ਕੇ so people claim like that। ਫਿਰ ਉਹ ਜਿਹੜਾ ਖੜੇ ਹੋ ਕੇ ਬੋਲਦੇ ਸਾਰਾ ਕਨਸੈਪਟ ਉਹਨੂੰ ਹੀ ਝੂਠਾ ਸਾਬਤ ਕਰੀ ਜਾਂਦੇ। ਸੋ ਜਦੋਂ ਉਹਦੇ ਵਿੱਚੋਂ ਨਿਕਲਣਾ ਸੀ when I understood ਕਿ ਗੁਰਬਾਣੀ ਦਾ ਡੈਸਟੀਨੇਸ਼ਨ ਕੀ ਹੈ, that I have to create some mighty soul, ਗੁਰੂ ਸਾਹਿਬ ਜੀ ਕਹਿੰਦੇ ਨੇ ਨਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਇਹ ਵਾਲੀ ਅਵਸਥਾ ਪ੍ਰਾਪਤ ਕਰਨੀ ਹੈ ਵਾਹਿਗੁਰੂ ਜੀ। then how do I decide now? ਨਹੀਂ ਉੱਥੇ ਪਤਾ ਕੈਂਪ ਤੇ ਜਾ ਕੇ ਥੋੜਾ ਹੁੰਦਾ, ਇੱਕ ਤਾਂ ਉਹ ਜਿਵੇਂ ਤੁਹਾਨੂੰ ਫੂਡ ਦੂਜਾ ਕਹਿ ਦਿੰਦੇ ਨੇ ਵੀ ਫਰੂਟ ਵਗੈਰਾ ਖਾਓ, ਹਾਂ ਖੈਰ ਥੋੜਾ ਜਿਹਾ ਫਰਕ ਤੇ ਤੁਹਾਨੂੰ ਲੱਗਣ ਲੱਗ ਜਾਂਦਾ ਵੀ ਸ਼ਾਇਦ ਮੈਂ ਇੱਥੇ ਆਉਣਾ ਠੀਕ ਆ, ਹਨਾ। And I think it's more a mental. It's always what you. It's ਹੋਰ always your mental thing that makes you feel that. Psychologically Yeah. so ਰੈਪੀਟੇਸ਼ਨ ਸਿਖਾਉਂਦੇ ਆ। ਹਾਂਜੀ ਉਹ ਥੋੜੀਆਂ ਦੁਕਾਨਾਂ ਨੇ ਹਾਂਜੀ ਬੁੱਕ ਉਹਨਾਂ ਨੇ ਦਿੱਤੀ ਹਾਂਜੀ। Or we just want to tell you, ਅਸੀਂ ਸਾਡੇ ਹਲੇ ਸਾਰਿਆਂ ਕੋ, I mean, I have personally have lots of conflicts within myself, and that's the reason I keep coming. कि मनु शायद है ना, but there are many things that we are all conflicted. I just want to let you know that you are not the only one. So don't feel because you guys just started. ਅਸੀਂ ਸਾਨੂੰ ਹੁਣ this is second time, not ਅਸੀਂ 2 ਬਾਣੀਆਂ ਸਿੱਖੀਆਂ ਪਹਿਲਾਂ, but there are still so many unanswered questions, you know, within, because what we look around and I was just telling this Sundar कि मैं ਜਦੋਂ ਭੈਣ ਜੀ ਕੋ ਆ ਕੇ ਬੈਠੀ ਆ
everything makes so much sense. It's so easy to understand. When I go open my binder, it doesn't make sense. And that's exactly what my students will tell me. Miss, when you teach, it makes sense. But when I go home, it really doesn't make sense. And I was able to relate ki ki cheez hundi hai. So I just want to tell you that we are all in the same boat. You are just not the only one. We are still very confused. We still have lots of unanswered questions. So don't give up. ਆਨਸਰ ਮੇਰੇ ਵੀ ਆਨਸਰ ਹੋ ਗਏ ਸੀ ਤੇ ਕਿਟ ਆਨਸਰ ਨਹੀਂ ਹੁੰਦਾ ਜਰਨੀ ਹਾਂਜੀ ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਸਮਝ ਆ ਗਈ ਅੱਜ ਕੱਲ ਕਿ ਤਨ ਮਨ ਧਨ ਸੌਂਪਣ ਵਾਸਤੇ ਸਭ ਤੋਂ ਪਹਿਲੇ ਸੌਂਪਣਾ ਹੈ ਆਪਣਾ ਬਿਲੀਫ ਸਿਸਟਮ ਆਪਣਾ ਉਹ ਵਾਲਾ ਸਟਰਕਚਰ ਜੋ ਸਾਡਾ ਘੜਿਆ ਗਿਆ ਸੀ ਜਦੋਂ ਮੈਂ ਉਹਨੂੰ ਸੌਂਪਣਾ ਸ਼ੁਰੂ ਕਰ ਦੇਣਾ ਵਾ other things get aligned to it automatically there is no parameter ਬਾਕੀ ਚੀਜ਼ਾਂ ਦਾ ਬਾਕੀ ਚੀਜ਼ਾਂ ਆਟੋਮੈਟਿਕਲੀ ਉਹਦੇ ਵਿੱਚ ਘੇਰੇ ਵਿੱਚ ਆ ਜਾਂਦੀਆਂ ਨੇ ਕਹਿੰਦੇ ਨੇ ਅੱਗੇ ਹੁਕਮ ਮੰਨੀਏ ਪਾਈਏ ਇਹ ਹੀ ਹੁਕਮ ਮੰਨਣਾ ਹੈ ਅਸੀਂ ਮੋਸਟ ਆਫ ਦਾ ਟਾਈਮ ਹੁਕਮ ਮੰਨਣ ਨੂੰ ਸਮਝਦੇ ਨੇ ਆ ਕਿ ਉਹ ਕਹਿੰਦੇ ਨੇ ਬਹਿ ਜਾ ਤੇ ਬਹਿ ਜਾ ਖੜਾ ਹੋ ਜਾ ਤੇ ਖੜਾ ਹੋ ਜਾ ਸੋ ਵੀ ਮੀਨ ਹੁਕਮ ਫਰਮ ਦੈਟ ਐਸਪੈਕਟ ਆਲਵੇਸ ਲੇਕਿਨ ਹੁਕਮ ਮੰਨਣਾ ਕੀ ਹੈ ਕਿ ਹੁਕਮ ਕੀ ਹੈ ਜਿਹੜੇ ਗੁਰਬਾਣੀ ਜਿਹੜੇ ਸਾਨੂੰ ਬਿਲੀਫ ਸਿਸਟਮ ਦਿੰਦੀ ਹੈ ਉਹ ਨਿਯਮ ਦੇ ਵਿੱਚ ਹੀ ਦਿੰਦੀ ਹੈ ਸੋ ਸਲੋਲੀ ਹੁਣ ਬੜੇ ਸਾਰੇ ਐਗਜ਼ਾਮਪਲਸ ਐਕਚੁਅਲੀ ਗੱਲ ਕਰਦੇ ਆ ਸਾਹਮਣੇ ਆ ਜਾਣਗੇ ਐਂਡ ਦੈਨ ਵੀ ਹੈਵ ਅਦਰ ਸਟਫ ਟੂ ਡੂ ਸਾਦਗੀ ਇੱਕ ਬਹੁਤ ਵੱਡਾ ਚੀਜ਼ ਹੈ ਸੋ ਜਦੋਂ ਜ਼ਿੰਦਗੀ ਦੇ ਵਿੱਚ ਸਾਦਗੀ ਨੂੰ ਅਪਲਾਈ ਕੀਤਾ ਤੇ ਕਿਤਨੀਆਂ ਚੀਜ਼ਾਂ ਆਟੋਮੈਟਿਕਲੀ ਚੇਂਜ ਹੋ ਗਈਆਂ ਘਰ ਦੀ ਜਿਵੇਂ ਫॉर ਐਗਜ਼ਾਮਪਲ ਕੋਈ ਗੈਸਟ ਆਂਦਾ ਹੈ ਨਾ ਕਿਤਨੀ ਟੈਨਸ਼ਨ ਹੁੰਦੀ ਹੈ ਬੀਬੀ ਨੂੰ 5 ਡਿਸ਼ਸ ਬਣਾਉਣ ਦੀ ਸੱਚ ਅ ਬਿਗ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਹੈ 5 ਡਿਸ਼ਸ ਬਣਾ ਕੇ ਐਂਡ ਦੈਨ ਪੇਨਸ ਇਟ ਦੈਨ ਵੀ ਜਸਟ ਮੇਡ ਇਟ ਸਿੰਪਲ 2 ਡਿਸ਼ਸ ਹਮੇਸ਼ਾ ਇੱਕ ਨੂੰ ਨਾ ਪਸੰਦ ਹੈ 2 ਹੈ ਸੋ ਇਹ ਕਿੱਥੋਂ ਆਈ ਇਹ ਜਦੋਂ ਗੁਰੂ ਦੀ ਸਿੰਪਲਿਸਿਟੀ ਸਮਝ ਆਈ ਵੀ ਸਟਾਰਟਡ ਅਪਲਾਈਂਗ ਦੈਟ ਸੋ ਇਸ ਤਰ੍ਹਾਂ ਐਪਲੀਕੇਸ਼ਨ ਆਪਣੇ ਆਪ ਹੁੰਦੀ ਜਾਂਦੀ ਹੈ ਨਹੀਂ ਤੇ ਕੀ ਹੋਏਗਾ ਜਿਹੜਾ ਫਿਰ ਬਾਰ-ਬਾਰ ਉਹੀ ਵਾਲਾ ਕਿ ਨਹੀਂ ਮਨ ਨੂੰ ਇਨਸਿਕਿਉਰਿਟੀ ਹੋਏਗੀ ਹਾਏ ਇਹ ਕਹਿਣਗੇ ਕਿ ਕੁਝ ਖਵਾਇਆ ਹੀ ਨਹੀਂ ਹੁਣ ਦੈਟ ਫੀਅਰ ਹੈਜ਼ ਟੂ ਗੋ ਬਿਕਾਜ਼ ਮੈਂ ਜੈਨੂਇਨਲੀ ਉਹਨਾਂ ਨੂੰ ਵੈਲਕਮ ਕਰ ਰਹੀ ਹਾਂ ਨਾਟ ਫੋਰਸਡ ਵੈਲਕਮ ਕਰ ਰਹੀ ਹਾਂ ਆਈ ਐਮ ਯੂ ਨੋ that's heart soul connections so now I will make more soul connections ਜਿਹੜੇ ਮੇਰੇ ਕਨੈਕਸ਼ਨ ਮੈਨੂੰ ਬੋਦਰ ਕਰਦੇ ਸਨ ਮੈਂ ਉਹਨਾਂ ਤੋਂ ਗੁਰੇਜ਼ ਕਰਾਂਗੀ ਹੈ ਨਾ this change will come ਹਾਂਜੀ I just moved last week ਮੈਂ ਆਪਣਾ ਘਰ ਮੂਵ ਕੀਤਾ ਨਾ ਤੇ ਜਦੋਂ ਮੈਂ ਆਪਣੇ ਸੂਟਕੇਸ ਖੋਲ ਕੇ ਸੂਟਾਂ ਨੂੰ ਦੇਖਦੀ ਹਾਂ ਤਾਂ ਕੋਈ ਗਿਣਤੀ ਨਹੀਂ ਕਰ ਸਕਦਾ ਕਿ ਇੰਨੀ ਜ਼ਿਆਦਾ ਵੇਸਟਫੁਲ ਸਪੈਂਡਿੰਗ ਸ਼ਾਇਦ ਕਈ ਤਾਂ ਪਾਏ ਹੀ ਨਹੀਂ ਗਏ ਔਰ ਕਈ ਇੰਨੇ ਮਹਿੰਗੇ ਉਦਾਂ ਹੀ ਪਏ ਤਾਂ ਮੈਂ ਹੁਣ ਸੋਚ ਰਹੀ ਹਾਂ ਕਿ ਕਲਾਸ 'ਚ ਆਉਣ ਦਾ ਮੈਨੂੰ ਇਹ ਫਾਇਦਾ ਹੋਊਗਾ ਕਿ ਜਿਹੜੀ ਮੈਂ ਇੰਨੀ ਵੇਸਟਫੁਲ ਸਪੈਂਡਿੰਗ ਕਰਦੀ ਸੀਗੀ ਇਹ ਕਿਸੇ ਚੰਗੇ ਪਾਸੇ ਲੱਗ ਸਕਦੀ ਹੈ ਇਹ ਪਤਾ ਉਦੋਂ ਹੀ ਲੱਗਦਾ ਜਦੋਂ ਮੂਵ ਕਰਦੇ ਤੁਸੀਂ ਜਿਹੜਾ ਪੇਪਰ ਮਿਲਿਆ ਕਰ ਲੈ ਕੇ ਰੱਖਤਾ ਜਿਹੜਾ ਹਰ ਇੱਕ ਚੀਜ਼ ਮੂਵ ਕਰਦੇ ਆਪਾਂ ਮੂਵ ਕਰਨ ਵਾਸਤੇ ਹੁਣ ਆਪਾਂ ਕਰੋਧ ਨੂੰ ਮੂਵ ਕਰਨ ਵਾਸਤੇ ਇੱਥੇ ਆਉਨੇ ਤੇ ਹੋਰ ਮੂਵ ਹੋਵੇ ਤਾਂ ਸਭ ਕੁਝ ਪਤਾ ਚੱਲਣਾ ਅੱਗੇ ਚੱਲੋ ਨਾਲੇ ਬਹੁਤੀਆਂ ਚੀਜ਼ਾਂ ਜਿਹੜੀ ਅਸੀਂ ਸਬਕੌਂਸ਼ੀਅਸਲੀ ਕਰੀ ਜਾਂਦੇ ਹਾਂ ਨਾ ਜਿਸ ਤਰ੍ਹਾਂ ਦੀ ਸੰਗਤ ਹੈਗੀ ਉਹ ਜਿਸ ਤਰ੍ਹਾਂ ਦੀ ਸੰਗਤ ਦੇ ਵਿੱਚ ਅਸੀਂ ਵਿਚਰਦੇ ਹਾਂ ਉਹੀ ਪ੍ਰਭਾਵ ਅਸੀਂ ਆਟੋਮੈਟਿਕਲੀ ਸਾਡੇ ਮਨ 'ਚ ਪੈਂਦੇ ਉਹੀ ਅਸੀਂ ਕਰੀ ਜਾਂਦੇ ਹਾਂਜੀ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਸੋ ਦੈਟ ਮੀਨਸ ਕੀ ਹੋ ਗਿਆ ਕਿ ਹੁਕਮ ਮੰਨਣ ਤੋਂ ਭਾਵ ਕੀ ਹੈ ਕਿ ਜਦੋਂ ਅਸੀਂ ਇਹ ਵਾਲੀ ਸੱਚੀ ਬਾਣੀ ਜੀਵਨ ਦੇ ਵਿੱਚ ਗਾਣੀ ਸ਼ੁਰੂ ਕਰ ਦਿੰਦੇ ਆ ਮਤਲਬ ਬੋਲਣਾ ਸ਼ੁਰੂ ਕਰ ਦਿੰਦੇ ਆ ਤਾਂ ਸੇਮ ਗੱਲ ਹੈ ਇਹੀ ਹੁਕਮ ਮੰਨਣ ਦੀ ਅਵਸਥਾ ਹੈ ਉਹਨੂੰ ਰਿਪੀਟ ਕੀਤਾ ਹੋਇਆ ਗੱਲ ਨੂੰ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਅਕਥ ਹੈ ਉਹ ਸਮਝ ਆਣਾ ਸ਼ੁਰੂ ਹੋ ਜਾਏਗਾ ਜੀਵਨ ਦੇ ਵਿੱਚ ਕਥਿਓ ਮੀਨਸ ਪ੍ਰੈਕਟਿਸ ਕਥਿਓ ਮੀਨਸ ਪ੍ਰੈਕਟਿਸ ਕਰਨਾ ਸੋ ਦੈਟ ਮੀਨਸ ਉਹ ਸਬਜੈਕਟ ਨਹੀਂ ਹੈ ਕਿ ਇਹਦੀਆਂ ਗੱਲਾਂ ਹੀ ਨਾ ਕਰੀਏ ਨੋ ਅਸੀਂ ਇਸ ਨੂੰ ਰਿਅਲਾਈਜ਼ ਕਰ ਸਕਦੇ ਹਾਂ ਮੈਂ ਕੁਇਕਲੀ ਅਗਲੇ ਪੌੜੀ ਤੇ ਮੂਵ ਕਰ ਰਹੀ ਹਾਂ ਬਿਕਾਜ਼ ਅੱਜ ਮੈਂ ਫੂਡ ਚੈਪਟਰ ਫੂਡ ਟਾਪਿਕ ਛੱਡਣਾ ਨਹੀਂ ਹੈ ਸੋ ਪਲੀਜ਼ ਮੂਵ ਟੂ ਦ ਨੈਕਸਟ ਗਾਵੋ ਸੱਚੀ ਬਾਣੀ ਕਿਹੜੀ ਹੋਈ ਸਿੰਗ ਦਾ ਟਰੂ ਵਰਡ ਆਫ ਹਿਸ ਬਾਣੀ ਹੁਕਮ ਮੰਨਿਓ ਗੁਰੂ ਕੇਰਾ ਕੌਣ ਇਸ ਨੂੰ ਪਲੀਜ਼ ਗੱਲ ਰਿਲੇਟ ਕਰੇਗਾ ਹੁਣੇ ਸੱਚੀ ਬਾਣੀ ਕਿਹੜੀ ਹੋਈ ਵਿੱਚੋਂ ਫਿਰ ਪਲੀਜ਼ ਹੈਲਪ ਮੀ ਟੂ ਰਿਲੇਟ ਗਾਵੋ ਸੱਚੀ ਬਾਣੀ ਸੋ somebody can ask you know ਸੱਚੀ ਕਿਹੜੀ ਹੈ ਸੋ she has a good question ਪਰ ਉੱਤੇ ਨਾਲ ਰਿਲੇਟ ਕਰੋ ਤੇ ਤਨ ਮਨ ਧਨ ਦੇ ਨਾਲ ਰਿਲੇਟ ਕਰਕੇ ਦੇਖੋ ਤੇ ਸਿਸਟਮ ਹਾਂ ਬਲੀਫ ਸਿਸਟਮ ਨੂੰ ਚੇਂਜ ਕਰਨਾ ਅਕੋਰਡਿੰਗ ਚੇਂਜ ਕਰਨਾ ਸੋ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਉਸ ਟਾਈਮ ਬਲੀਫ ਸਿਸਟਮ ਤਾਂ ਮੈਂ ਛੋਟਾ ਸੀਗਾ 6 ਸਾਲ 7 ਸਾਲ ਦਾ ਹੋਊਗਾ ਮੈਂ ਪੌੜੀਆਂ ਤੋਂ ਡਿੱਗ ਗਿਆ ਕੋਠੇ ਤੋਂ
ਸਿੱਧਾ ਥੱਲੇ ਜ਼ਮੀਨ ਤੇ। ਇੰਨਾ ਸ਼ੁਕਰ ਹੈ ਬਚ ਗਿਆ ਉਸ ਟਾਈਮ, ਬਟ ਮੇਰੀ ਲੱਤ ਟੁੱਟ ਗਈ ਤੇ ਮੈਂ ਹਸਪਤਾਲ ਦੇ ਵਿੱਚ ਪਿਆ, ਰਜਿੰਦਰ ਹਸਪਤਾਲ ਪਟਿਆਲਾ ਦੇ ਵਿੱਚ, ਤੇ ਸੁੱਤਾ ਪਿਆ ਮੈਂ, ਤੇ ਨਾਲ ਹੀ ਮੈਂ ਸ਼ਬਦ ਪੜ੍ਹ ਰਿਹਾ, ਠਾਕੁਰ ਤੁਮ ਸ਼ਰਨਾਈ ਆਇਆ। ਇਹ ਮੈਨੂੰ ਕਿਹਨੇ ਦੱਸਿਆ? ਮੇਰੇ ਡੈਡੀ ਨੇ, ਤੇ ਨਰਸਾਂ ਸੀ ਜਾਂ ਹੋਰ ਉੱਥੇ ਕਈ ਜਣੇ ਸੀਗੇ ਕੁਲੀਗ ਜਿਹੜੇ ਆਸੇ ਪਾਸੇ ਹੁੰਦੇ, ਤੇ ਮੈਂ ਸ਼ਬਦ ਪੜ੍ਹ ਰਿਹਾ ਹੈਗਾ। ਤੇ ਉਸ ਟਾਈਮ ਮੈਨੂੰ ਕੁਝ ਨਹੀਂ ਸੀ ਪਤਾ ਵੀ ਕੀ ਇਹ ਤੁਹਾਡਾ ਹੈਗਾ ਬੈਕਗ੍ਰਾਉਂਡ, ਕੀ ਹੈ ਜੋ ਵੀ ਹੈ ਨਾ, ਬਟ ਸਟਿਲ ਆਈ ਵਾਸ ਬਾਣੀ ਬਾਰੇ ਮੈਂ ਪੜ੍ਹ ਰਿਹਾ ਸੀ। ਓਕੇ ਸੋ ਗਾਵੋ ਸੱਚੀ ਬਾਣੀ। ਦੇਖੋ ਸੱਚੀ ਬਾਣੀ, ਕੋਈ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਬਾਣੀ ਹੈ, ਕੋਈ ਕਹਿੰਦਾ ਯੂ نو ਸੱਚ ਹੋਰ ਨਹੀਂ ਕਿੱਥੇ ਐਗਜ਼ਿਸਟ ਕਰਦਾ, ਆਲਵੇਜ਼ देयर इज अ ਕਨਫਲਿਕਟ ਗੋਇੰਗ ਔਨ। ਸੋ ਸੱਚੀ ਬਾਣੀ ਦਾ ਮਤਲਬ ਹੈ ਜਦੋਂ ਤੁਸੀਂ ਮੈਂਟਲ ਸਟਰਕਚਰ ਨੂੰ ਤੁਸੀਂ ਸੱਚ ਦੇ ਨਾਲ ਯੂ نو ਆਪਣੇ ਪੁਰਾਣੇ ਵਾਲੇ ਨੂੰ ਜਦੋਂ ਕਨਵਰਟ ਕਰ ਦਿੱਤਾ, ਪਰ ਜੋ ਬਿਲੀਫ ਸਿਸਟਮ ਵਿੱਚ ਤੁਸੀਂ ਹੁਣੇ ਤੱਕ ਕਰਾਮਾਤੀ ਰੱਖਿਆ ਹੋਇਆ ਹੈ ਨਾ, ਕਿ ਸੱਚੀ ਬਾਣੀ ਵਿੱਚ ਨਾ ਕਦੀ ਕਿਸੇ ਇੱਕ ਮਨੁੱਖ ਦਾ ਫੇਵਰ ਨਹੀਂ ਹੁੰਦਾ। ਇਹ ਹਿੰਟ ਲੈ ਲਓ। ਜਿਹੜੀ ਸੱਚੀ ਬਾਣੀ ਹੈ ਨਾ, ਉਹਦੇ ਵਿੱਚ ਕਿਸੇ ਇੱਕ ਪਾਰਟਿਕੂਲਰ ਇੱਕ ਮਨੁੱਖ ਦਾ ਬੈਨੀਫਿਟ ਨਹੀਂ ਹੁੰਦਾ। ਦੈਟ ਇਜ਼ ਆਲਵੇਜ਼ ਸਾਂਝੀ ਹੁੰਦੀ ਹੈ, ਸਾਂਝੀ ਸਗਲ ਜਹਾਨੇ, ਐਪਲੀਕੇਬਲ ਟੂ एवरीवन ਇਨ ਇਕੁਅਲ ਰਿਸਪੈਕਟ। ਸੋ ਜਦੋਂ ਅਸੀਂ ਪਾਰਟਿਕੂਲਰਲੀ ਆਪਣੇ ਤੇ ਕੋਈ ਖਾਸ ਇੱਕ ਵਾਰੀ ਢੁਕਾ ਕੇ ਦੇਖਦੇ ਆ ਨਾ ਕਿ ਵੀ ਇਹ ਸਿੱਖਾਂ ਤੇ ਅਪਲਾਈ ਹੁੰਦੀ ਹੈ ਜਾਂ ਅਸੀਂ ਮੁਸਲਮਾਨ ਆ, ਤੇ ਉਹ ਸੱਚੀ ਬਾਣੀ ਨਹੀਂ ਹੋ ਸਕਦੀ। ਜਦੋਂ ਆਪਾਂ ਕਹਿੰਦੇ ਜੀ ਸੱਚ ਦੇ ਨਾਲ ਅਲਾਈਨ ਕਰਨਾ, ਅਲਾਈਨ ਦਾ ਆਪਣਾ ਪੰਜਾਬੀ ਵਿੱਚ ਕੀ ਸ਼ਬਦ ਹੋਏਗਾ? ਅਲਾਈਨ ਕਰਨਾ ਵੀਰ ਜੀ ਦੱਸ ਸਕਦੇ ਨੇ ਸਾਨੂੰ ਅਲਾਈਨ ਨੂੰ ਕੀ ਕਹਾਂਗੇ? ਜੁੜਨਾ ਹੀ ਕਰ ਸਕਦੇ ਹਾਂਜੀ, ਜੁੜਨਾ ਸੱਚ ਦੇ ਨਾਲ ਇੱਕ ਸੱਚ ਨੂੰ ਆਪਣੇ ਮਨ ਚ ਗ੍ਰਹਿਣ ਕਰਨਾ ਵੀ ਕਹਿ ਸਕਦੇ ਹਾਂ, ਅਪਣਾਉਣਾ। ਆਪਣਾ ਜਾਂ ਮੈਂ ਵੀ ਕੋਈ ਹੋਰ ਬੈਟਰ ਵਰਡ ਨਹੀਂ ਮਿਲ ਜਾਏਗਾ, ਸੋਚ ਲਾਂਗੇ ਹਾਂਜੀ। ਸੋਚ ਲਾਂਗੇ। ਰਾਈਟ, ਓਕੇ ਸੋ Align means like go along ਉਹਦੇ ਨਾਲ ਨਾਲ exactly match करके चलना। Match नहीं, ठीक है, I'm just looking for one word, you know, to just say it and ਜੇ ਆਪਾਂ ਕਿਸੇ ਨੂੰ ਪੰਜਾਬੀ ਚ ਦੱਸਣਾ ਹੋਵੇ ਮੁਤਾਬਿਕ 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 ਹਾਂ ਮੁਤਾਬਿਕ ਇਸ ਲਈ ਸੰਸਾਰ ਮੁਤਾਬਿਕ ਅਨੁਸਾਰ ਜੀ। ਸੋ ਜਿਹੜੀ ਸਾਡੀ 10ਵੀਂ ਪੌੜੀ ਹੈ ਬਹੁਤ ਸਿੰਪਲ ਹੈ, ਸਿਰਫ ਇਹਦੇ ਵਿੱਚ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਹੋਮਵਰਕ ਦੇ ਕੇ ਮੈਂ ਅੱਜ ਛੋੜ ਦਿਆਂਗੀ। ਇਹ ਮਨ ਚੰਚਲਾ। ਹੁਣ ਚੰਚਲਾ ਦੇ ਕਰੈਕਟਰ ਕੀ ਹੁੰਦੇ ਨੇ ਸਾਡੇ ਵਿੱਚੋਂ ਕੋਈ ਕੁਇਕਲੀ ਦੱਸ ਦੇ ਵੀ ਚੰਚਲ ਕਿਹਨੂੰ ਕਹਿੰਦੇ ਆ? ਚੱਲਣ ਜਿਹੜਾ ਚੱਪਲ ਜਿਹੜਾ ਇੱਕ ਟਿਕਣਾ ਨਹੀਂ। ਟਿਕਦਾ ਨਹੀਂ Unstable। ਹਾਈਪਰ ਵੀ ਕਹਿੰਦੇ ਨੇ। ਟਿਕਦਾ ਨਹੀਂ unstable। ਤੇ ਬਾਂਦਰ ਨੂੰ ਵੀ ਕਹਿੰਦੇ ਵੀ ਬਾਦਸ਼ਾਹ ਨਹੀਂ। Not ਮੈਂ gentle, like soft, ਟਿਕਦਾ but ਨਹੀਂ ਮੈਂ hyper different। Yeah, so everybody Gentle else. means that it doesn't stay, you know, it goes. ਇਹ ਬੱਚਾ ਬੜਾ ਚੰਚਲ ਹੈ, ਮੈਂ ਟਿਕਦਾ ਗਾਇਕ ਦਾ ਨਾਮ ਇਸ ਚੰਚਲ। ਕਿਉਂ ਵੱਡੇ ਨੂੰ ਆਪਾਂ ਕਹਿੰਦੇ ਨੇ ਬੜਾ ਚੰਚਲ ਸੁਭਾਅ ਚੰਚਲ ਹੈ। ਸੁਭਾਅ। ਯੈਸ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। So ਚੰਚਲ ਮਨ is most likely to get into ਚਤੁਰਾਈ। ਗੁਰੂ ਪਾਤਸ਼ਾਹ ਜੀ ਇਹਦਾ ਕਰੈਕਟਰ ਦੱਸ ਰਹੇ ਨੇ। So ਚੰਚਲਤਾ is that means ਕਦੀ ਪੋਜ਼ਿਟਿਵ ਸੈਂਸ ਵਿੱਚ ਘੱਟ ਯੂਜ਼ ਹੁੰਦੀ ਹੈ, ਇਟਸ ਮੋਰ ਇਨ ਦਾ ਨੈਗੇਟਿਵ। ਛੋਟੇ ਬੱਚੇ ਨੂੰ ਚੰਚਲ ਥੋੜਾ ਜਿਹਾ ਪੋਜ਼ਿਟਿਵ ਦੇ ਵਿੱਚ ਛੋਟੇ ਬੱਚਿਆਂ ਨੂੰ ਹਾਂ ਪੋਜ਼ਿਟਿਵ ਕਹਿ ਦਿੰਦੇ ਆ, ਪਰ ਜੇ ਕੋਈ ਵੱਡਾ ਮਨੁੱਖ ਚੰਚਲ ਹੋਏ ਤਾਂ ਆਈ ਉਹ ਥਿੰਕ ਇਟਸ ਟੇਕਨ ਇਨ ਦਾ ਨੈਗੇਟਿਵ। Yeah, it's more immature, right? So ਜੀ ਹਾਂ। ਸੋ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੱਲ ਕਿ ਤਨ ਮਨ ਤਨ ਸਭ ਸੌਂਪ ਗੁਰ ਕੋ ਵਾਲੀ ਅਵਸਥਾ ਦੇ ਕੇ ਪਹਿਲੇ ਪਿਛਲੀ ਪੌੜੀ ਵਿੱਚ ਸਮਝਾ ਕੇ ਤੇ ਹੁਣ ਕਹਿ ਰਹੇ ਨੇ ਕਿ ਜੇ ਤੂੰ ਚੰਚਲਤਾਈ ਤੇ ਵਿਸ਼ਵਾਸ ਰੱਖਦਾ ਹੈ, ਚੰਚਲਤਾਈ ਵਾਲਾ ਜੀਵਨ ਜੀ ਰਿਹਾ ਹੈ, ਚੰਚਲਤਾਈ ਕੀ ਹੋ ਜਾਏਗੀ ਕਿ ਤੂੰ ਬਾਹਰੋਂ ਧਾਰਮਿਕ ਵਾਲਾ ਪਹਿਰਾਵਾ ਜਾਂ ਕਰਮਕਾਂਡ ਤੇ ਕਰਦਾ ਹੈ, ਪਰ ਤਨ ਮਨ ਤਨ ਸੌਂਪਣ ਵਾਲੀ ਗੱਲ ਆਪਣੇ ਸਟਰਕਚਰ ਬਿਲੀਫ ਨੂੰ ਤੂੰ ਬਦਲਦਾ ਨਹੀਂ। ਤਾਂ ਇਹ ਚਤੁਰਾਈ ਹੋ ਗਈ ਤੇਰੀ। ਤੂੰ ਇਸ ਚਤੁਰਾਈ ਦੇ ਵਿੱਚ ਬਲਿਸ ਆਨੰਦ ਨਹੀਂ ਪਾ ਸਕੇਗਾ, ਨਹੀਂ ਪਾ ਸਕਦਾ। ਹਾਰਡ ਹੋ ਰਿਹਾ ਜੀ ਸਮਝ? ਨਹੀਂ, ਇਟਸ ਓਕੇ। ਅੱਛਾ, ਸੋ ਬੜੀ ਗੱਲ ਕਲੀਅਰ ਸਮਝ ਆ ਗਈ ਸਾਨੂੰ ਕਿ ਜਦੋਂ ਮਨ ਆਪਣੇ ਬਿਲੀਫ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ, ਸਿਰਫ ਤਾਂ ਸਿਰਫ ਬਾਹਰੋਂ ਧਾਰਮਿਕ ਕੰਮਾਂ ਨੂੰ ਪ੍ਰੋੜਤਾ ਦਿੰਦਾ ਰਵੇ। ਅਸੀਂ ਦੇਖਦੇ ਹਾਂ ਸਾਡੇ ਸਮਾਜ ਵਿੱਚ ਆਹੀ ਹੋ ਰਿਹਾ। ਘਰਾਂ ਦੇ ਵਿੱਚ ਜਿੰਨੇ ਪਾਠ ਅਖੰਡ ਪਾਠ ਰਖਾਈ ਜਾ ਰਹੇ ਨੇ, ਛੋਟੀ ਜੀ ਜੋਤ ਬੰਦ ਕਰਨ ਨੂੰ ਤੇ ਕੋਈ ਤਿਆਰ ਨਹੀਂ ਹੈ। but they are okay to put Ramala Sahib चाहे $500 वाला, so that is ऊपरला। भी I am ready, मेरा डिवोशन है कि मेरे घर बाबा जी आए ने, मैं $500 वाला रुमाला पाना है,
ਬਟ ਐਟ ਦ ਸੇਮ ਟਾਈਮ ਮੈਂ ਇੱਕ ਵੀ ਭਰਮ ਆਪਣਾ ਤੋੜਨ ਵਾਸਤੇ ਤਿਆਰ ਨਹੀਂ ਆ। ਸੋ ਇਹ ਅਵਸਥਾ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਇਸ ਉੱਤੇ ਟਕੋਰ ਮਾਰ ਰਹੇ ਨੇ। ਆਲਵੇਜ਼ ਜਦੋਂ ਵੀ ਮੈਂ ਸੋਚਦੀ ਹਾਂ ਕਿ ਇੱਕ ਛੋਟਾ ਜਿਹਾ ਇੱਕ ਆਪਣਾ ਬਿਲੀਫ ਨਵਾਂ ਕਰ ਲਈਏ ਕਿ ਆਪਣੇ ਘਰਾਂ ਦੇ ਵਿੱਚ ਪ੍ਰੋਗਰਾਮ ਕਰਾਣੇ ਕੋਈ ਗਲਤ ਨਹੀਂ ਹਨ। ਜਦੋਂ ਵੀ ਕਰਾਈਏ ਆਪਣੇ ਮਨ ਵਿੱਚ ਇਹ ਸੋਚੀਏ ਕਿ ਲੋਕ ਤਾਂ ਆ ਰਹੇ ਨੇ, ਵੈਲਕਮ ਕਰਨਾ ਹੈ, ਸਭ ਕੁਝ ਕਰਨਾ ਹੈ, ਪਰ ਮੇਰਾ ਅਪੋਰਚੁਨਿਟੀ ਕੀ ਹੈ ਆਪਣੇ ਮਨ ਦੇ ਭਰਮ ਤੋੜਨ ਦੀ। ਦਿਸ ਇਜ਼ ਅਪੋਰਚੁਨਿਟੀ ਆਈ ਗॉट, ਸੋ ਦੈਟ ਮੈਂ ਉਸ ਨੂੰ ਐਸਕੇਪ ਨਾ ਕਰਾਂ, ਹੈ ਨਾ, ਆਪਣੀ ਅਵਸਥਾ ਤੇ ਕੁਝ ਤੇ ਬਦਲਾਵ ਲਿਆਵਾਂ। ਤੁਸੀਂ ਲੋਕਾਂ ਨੂੰ ਐਂਟਰਟੇਨ ਕੀਤਾ, ਸਮਾਂ ਲਗਾਇਆ, ਪੈਸਾ ਲਗਾਇਆ, ਬਟ ਵਾਟ ਆਈ ਗॉट ਇਨ ਦ ਐਂਡ, ਉਸ ਵਾਸਤੇ ਧਿਆਨ ਹੋਣਾ ਜ਼ਰੂਰੀ ਹੈ। ਤੇ ਫਿਰ ਉਹ ਤੁਹਾਡਾ ਕਰਮ ਕਾਂਡ ਨਹੀਂ ਰਹੇਗਾ, then it is a fruitful exercise। ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ। ਹੁਣ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਤੇਰੀ ਚੰਚਲਤਾਈ ਕਿੱਥੋਂ ਪੈਦਾ ਹੋਈ, ਹੈ ਨਾ, ਇਹ ਚਤਰਾਈ ਕਿੱਥੋਂ ਪੈਦਾ ਹੋਈ, ਕਿਉਂਕਿ ਜਿਸ ਮਾਇਆ ਦੇ ਵਿੱਚ ਤੂੰ ਵਿਚਰ ਰਿਹਾ ਹੈ, ਮੋਹਣੀ ਮਾਇਆ ਵਿੱਚ, attractive, enchanting, fascinating, different colors, many colors of this Maya, ਜਿਸਨੇ ਤੈਨੂੰ ਇਸ illusions ਔਰ doubts ਦੀ ਅਵਸਥਾ ਦੇ ਵਿੱਚ ਪਾ ਦਿੱਤਾ ਹੈ ਕਿ ਤੂੰ ਝੂਠ ਨੂੰ ਸੱਚ ਸਮਝ ਲਿਆ ਹੈ। ਮਾਇਆ ਤਾਂ ਮੋਹਣੀ ਤਿਨੇ ਕੀਤੀ। ਫਿਰ ਇਹ ਮਾਇਆ ਕਹਿ ਰਹੇ ਨੇ ਮੋਹਣੀ ਮਤਲਬ ਫੈਸੀਨੇਟਿੰਗ ਕਿਹਨਾਂ ਵਾਸਤੇ ਹੈ, ਤਿਨੇ ਕੀਤੀ। ਕਿਹਨਾਂ ਨੂੰ? ਮਾਇਆ ਨੂੰ ਕਿਹਨਾਂ ਨੂੰ ਮਾਇਆ ਨੇ ਫੈਸੀਨੇਟ ਕੀਤਾ? ਜਿਨ ਠਗੋਲੀ, ਠਗੋਲੀ ਕੀ ਹੁੰਦਾ? ਠੱਗ ਦੀ ਬੂਟੀ, ਹੈ ਨਾ, ਠੱਗਣ ਵਾਲੀ। ਜਿਨ ਠਗੋਲੀ, ਜਿਹੜੇ ਮਨੁੱਖਾਂ ਨੂੰ ਇਹਦੇ ਨਾਲ ਇੰਟੌਕਸੀਕੇਟਿਡ ਹੋਏ, ਮੀਨਸ ਜਿਨ੍ਹਾਂ ਨੇ ਇਹਦਾ ਪ੍ਰਭਾਵ ਲਿਆ, ਸਿਰਫ ਮਾਇਆ ਨੇ ਉਹਨਾਂ ਤੇ ਹੀ ਅਸਰ ਕੀਤਾ। ਬਾਹਰ ਅੱਜਕੱਲ ਵਾਇਰਸ ਹੈ ਸਰਦੀ ਦੇ ਮੌਸਮ ਦੇ ਵਿੱਚ। ਹੁਣ ਤੱਕ ਕਿੰਨੂੰ ਖਾਂਸੀ ਜ਼ੁਕਾਮ ਲੱਗ ਚੁੱਕਿਆ ਬਾਹਰ, ਗਲਾ, ਬੁਖਾਰ, ਐਨੀ ਇਫੈਕਟ ਥੋੜਾ ਬਹੁਤ ਅਸਰ ਹੋ ਹੀ ਜਾਂਦਾ ਹੈ ਸਰ ਜੀ। It's just because the body is not that strong. Weak immune system, yeah। Weak immune system, है ना? So as the topic ਦੀ ਸੀ ਅੱਜ ਗੱਲ ਨਹੀਂ ਕਰ ਰਹੇ, but that way that proves कि good diet really improves your immune system। कि मैंने खांसी जुकाम नहीं होया for years, I have different problems, so that means कि diet makes a difference। I don't remember कि कभी खांसी जुकाम गला खराब for years होया होवे कभी भी। ਪਾਣੀ ਦੇ ਅਸਰ ਪੈਂਦਾ ਨਹੀਂ, ਇੱਥੇ ਗਰਮ ਪਾਣੀ ਨਹਾਉਂਦੇ ਆਪਾਂ, ਇੰਡੀਆ 'ਚ ਠੰਡੇ ਪਾਣੀ ਨਹਾਉਂਦੇ ਸਰਦੀਆਂ 'ਚ, ਤੇ ਕਦੇ ਬਿਮਾਰੀ ਨਹੀਂ ਸੀ ਹੋਈ, ਕਦੇ ਜ਼ੁਕਾਮ ਨਹੀਂ ਸੀ ਲੱਗਿਆ। That's a good point। ਇੱਥੇ ਆ ਕੇ ਗਰਮ ਪਾਣੀ ਨਹਾਉਂਦੇ ਆ, ਗਰਮ ਪਾਣੀ ਵੀ ਟੈਂਪਰੇਚਰ ਉੱਪਰ ਹੁੰਦਾ ਹੈ। ਚਲੋ ਅਸੀਂ ਠੰਡੇ ਪਾਣੀ ਦੀ ਵੀ ਇੱਕ ਵਾਰੀ ਗੱਲ ਕਰਾਂਗੇ, ਹੌਲੀ ਸਾਡੇ ਟੌਪਿਕਸ ਨੇ। ਦੈਟਸ ਵੈਰੀ ਇੰਟਰਸਟਿੰਗ ਟੌਪਿਕ। ਹਾਂਜੀ, ਸੋ ਕਹਿ ਰਹੇ ਨੇ ਕਿ ਇਹ ਮਾਇਆ ਦੇ ਪ੍ਰਭਾਵ ਕਿਹਨਾਂ ਤੇ ਪਾਇਆ? ਜਿਹੜੀਆਂ ਇਸ ਤੋਂ ਇੰਟੌਕਸੀਕੇਟਿਡ ਹੋ ਗਏ, ਜਿਹੜੇ ਇਸ ਦੇ ਅਸਰ ਹੇਠਾਂ ਆ ਗਏ। ਉਹ ਕੌਣ ਹਨ? ਜਿਹੜੇ ਕਮਜ਼ੋਰ ਹਨ, ਜਿਨ੍ਹਾਂ ਨੇ ਤਨ ਮਨ ਧਨ ਨਹੀਂ ਸੌਂਪਿਆ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕੁਰਬਾਨ ਕੀਤਾ ਤਿਸੇ ਵਿਟੋ। ਤੂੰ ਕੀ ਕਰ? ਕੁਰਬਾਨ ਕਰਨ ਦਾ ਭਾਵ ਕੀ ਹੋ ਗਿਆ? ਜਿਨ ਮੋਹ ਮੀਠਾ ਲਾਇਆ। अच्छा, very interesting चीज देखो, very interesting। Okay, so I got stuck here कि जिन मोह मीठा लाया, कि जिस गुरु ने मोह मिठा बनाया है ए वाला, उसनु कुर्बान कर दे। This makes no sense। फिर मैं लाया दे अर्थ तो समझी कि लाया मतलब भी मैं ए वाला जिन्हें उतार दिता, भी मैं ए वाला सूट लाया है ना, उतार दिता। So this लाया has two meaning। भी ए वाला कपड़ा उतार दिता, लाया भी कहने हैं, लाया मतलब पाया नु भी कहने हैं। So this language is कि I sacrifice to the guru who is not in the emotional attachment। जिसने इस मोह नु अपने तो लाया होया है, उतारिया होया है। That means जेड़ा mighty है, मैं उसनु कुर्बान कीता।
ਬਈ ਮੈਂ ਇਮਿਊਨ ਟੀ ਪੀਤੀ ਹੈ ਨਾ, ਸੋ ਮੇਰਾ ਇਮਿਊਨਿਟੀ ਸਿਸਟਮ ਜਿਹੜਾ ਹੈ ਉਹ ਵੱਧ ਗਿਆ। ਸੋ ਇਟ ਮੀਨਸ ਸਿੰਪਲੀ ਇਹਨੂੰ ਕੀ ਕਹਿੰਦੇ ਨੇ ਬੈਠੋ? ਹਾਂਜੀ। ਇਹਨੂੰ ਬੈਠੋ, ਇਹਨੂੰ ਕੀ ਕਹਿੰਦੇ? ਵਿਟੋ, ਵਿਟੋ ਮਤਲਬ ਉਸ ਤੋਂ ਵਿਟੋ ਕੁਰਬਾਨ, ਵਿੱਚੋਂ ਜਿਵੇਂ। ਹਾਂ yes। ਹਾਂਜੀ ਕੁਰਬਾਨ ਕੀਤਾ ਤਿਸੈ ਵਿਟੋ, ਉਹਦੇ ਉੱਪਰ ਹਾਂ ਲਾਇਆ ਜਿਸਨੇ ਆਪਣੇ ਜੀਵਨ ਦੇ ਵਿੱਚੋਂ ਇਹ ਮਿੱਠਾ ਮੋਹ ਲਾਇਆ ਹੋਇਆ ਹੈ, ਜਿਹਦੇ ਕੋਲ ਇਹ ਵਾਲੀ ਤਾਕਤ ਹੈ, ਮਾਈਟੀ ਹੈ, ਮੈਂ ਉਸ ਨੂੰ ਕੁਰਬਾਨ ਕੀਤਾ ਹੈ। ਮੈਂ ਕਿਸੇ ਕਮਜ਼ੋਰ ਅਗੇ ਕੁਰਬਾਨ ਨਹੀਂ ਕੀਤਾ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਅਸੀਂ ਸਾਰੇ ਇਸ ਗੱਲ ਨੂੰ ਐਕਸੈਪਟ ਕਰ ਲਈਏ ਕਿ ਇਹ ਸਾਡੇ ਸਾਰਿਆਂ ਦੇ ਐਫਰਟ ਨੇ ਟੂ ਅੰਡਰਸਟੈਂਡ ਦਾ ਮੀਨਿੰਗ। we can never be 100% accurate। ਸੋ ਸਾਨੂੰ ਧਿਆਨ ਹੋਣਾ ਚਾਹੀਦਾ ਇਸ ਗੱਲ ਦਾ, ਕਿਉਂਕਿ ਸਾਡੇ ਕੋਲ ਜਿਹੜੇ ਰਿਸੋਰਸਿਸ ਨੇ ਅਸੀਂ ਉਹਨਾਂ ਦਾ ਯੂਜ਼ ਕਰਕੇ ਇਹਦੇ ਅਰਥ ਕੱਢ ਕੇ ਆਪਣੇ ਜੀਵਨ ਦੇ ਵਿੱਚ ਬਦਲਾਵ ਲਿਆਉਣ ਵਾਸਤੇ ਐਫਰਟ ਕਰ ਰਹੇ ਹਾਂ। ਬਟ ਦੈਟ ਡਸ ਨਾਟ ਮੀਨ ਕਿ ਅਸੀਂ 100% ਹੈ ਨਾ। ਸਾਨੂੰ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਸਾਡੇ ਵਾਸਤੇ ਉਹਦੀ ਸੈਂਸ ਬਣਨੀ ਚਾਹੀਦੀ ਹੈ ਇਨ ਦਾ ਪੋਜ਼ਿਟਿਵ ਐਸਪੈਕਟ। ਜੇ ਪੋਜ਼ਿਟਿਵ ਐਸਪੈਕਟ ਵਿੱਚ ਬਣ ਰਹੀ ਹੈ ਵੀ ਟੇਕ ਇਟ, because there is no other way। ਗੁਰਬਾਣੀ ਨੂੰ ਸਮਝਣ ਦਾ ਤਰੀਕਾ ਇਹੀ ਹੈਗਾ ਹੈ। ਸੋ ਮੈਂ ਇਸ ਨੂੰ ਪੜ੍ਹਦੀ ਹਾਂ ਤੇ ਤੁਸੀਂ ਦੇਖੋ ਕਿੱਥੇ ਤੁਹਾਨੂੰ ਸਮਝ ਨਹੀਂ ਆਇਆ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਕਿਨਾਂ ਨੂੰ? ਜਿਨ ਠਗੋਲੀ ਪਾਇਆ। ਕੁਰਬਾਨ ਕੀਤਾ ਤਿਸੈ ਵਿਟੋ। ਫਿਰ ਪੜੇ ਪਹਿਲੀ ਲਾਈਨ ਮਾਇਆ ਤਾਂ ਮੋਹਣੀ, ਹਾਂਜੀ ਮਾਇਆ ਤਾਂ ਮੋਹਣੀ ਤਿਨੇ ਕੀਤੀ, ਮਤਲਬ ਕਿਨਾਂ ਨੂੰ ਇਹ ਮਾਇਆ ਮੋਹਣੀ ਲੱਗੀ? ਮਾਇਆ ਦੀ ਅਟਰੈਕਸ਼ਨ ਕਿਨਾਂ ਤੇ ਪਈ? ਜਿਨ ਠਗੋਲੀ ਪਾਇਆ। ਠਗੋਲੀ, ਠਗ ਬੂਟੀ, ਇੰਟੌਕਸੀਕੇਟਿਡ, ਜਿਹੜੇ ਠੱਗੇ ਗਏ, ਜਿਹੜੇ ਕਮਜ਼ੋਰ ਸਨ। ਇਹਨੂੰ ਪਾਇਆ ਪੜਨਾ ਕਿ ਪਾਈਆ ਪੜਨਾ? ਓ ਸੌਰੀ ਮਾਈ ਮਿਸਟੇਕ। ਹਾਂਜੀ 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 ਪਾਈਆ, ਸੌਰੀ ਜੀ। ਦੈਟਸ ਓਕੇ। ਹਾਂਜੀ ਜਿਨ ਠਗੋਲੀ ਪਾਈਆ, ਯੈਸ ਪਲੀਜ਼ ਕਰੈਕਟ ਕਰ ਲਓ ਪ੍ਰੋਨਾਂਸੀਏਸ਼ਨ। ਕੁਰਬਾਨ ਕੀਤਾ ਤਿਸੇ ਵਿਟੋ, ਇਸ ਕਰਕੇ ਕੀ ਕੀਤਾ? ਉਸ ਅੱਗੇ ਕੁਰਬਾਨ ਕੀਤਾ ਜਿਸ ਨੇ ਆਪਣਾ ਇਹ ਵਾਲਾ ਮੋਹ ਲਾਇਆ ਹੋਇਆ ਮਾਇਆ ਦਾ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਤੁਹਾਡਾ ਹੋਮਵਰਕ ਹੈਗਾ ਏ, ਜਿਹੜਾ ਮੈਂ ਸ਼ਬਦ ਨਾਲ ਦਿੱਤਾ ਹੈ ਕਿ ਮਾਇਆ ਦਾ ਠਗਣਾ ਕਿਸ ਕਿਸ ਐਂਗਲ ਤੋਂ ਹੈ। ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਵਿੱਚ ਪਾਇਆ ਹੈ। ਸੋ ਯੂ ਆਲ ਹੈਵ ਦਿਸ ਸ਼ਬਦ, ਇੰਗਲਿਸ਼ ਟ੍ਰਾਂਸਲੇਸ਼ਨ ਨਾਲ ਹੈ। ਇਹ ਹੋਮਵਰਕ ਹੈ, ਇਸ ਨੂੰ ਰੀਡ ਕਰਨਾ ਹੈ ਘਰ। ਐਂਡ ਵੇਅਰਐਵਰ ਯੂ ਫੀਲ ਕਿ ਮਾਇਆ ਪ੍ਰਭਾਵ ਤੁਹਾਡੇ ਤੇ ਇਸ ਫੀਲਡ ਵਿੱਚ ਪਾਉਂਦੀ ਹੈ, ਤੁਸੀਂ ਆਪਣਾ ਉਸ ਉੱਤੇ ਸਰਕਲ ਕਰ ਸਕਦੇ ਹੋ ਪਰਸਨਲ। ਮਾਇਆ ਦਾ ਇਹ ਰੂਪ ਜਿਹੜਾ ਹੈ ਮੈਨੂੰ ਠਗਾਉਂਦਾ ਹੈ। ਸੋ ਇਹ ਮੈਂ ਹੁਣੇ ਐਕਸਪਲੇਨ ਨਹੀਂ ਕਰ ਰਹੀ, ਵੀ ਵਿਲ ਡਿਸਕਸ ਦਿਸ ਲਿਟਲ ਬਿਟ ਨੈਕਸਟ ਟਾਈਮ ਤੇ। ਸੋ ਗੁਰਬਾਣੀ ਕਲਾਸ ਇੱਥੇ ਹੀ ਖਤਮ ਹੈ। ਆਈ ਨੋ ਮੈਂ 2 ਪੌੜੀਆਂ ਇੱਕ ਵਾਰੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਬਟ ਪਲੀਜ਼ ਗੋ ਵਿਦ ਮੀ, ਨਹੀਂ ਤੇ ਫਿਰ ਇਹ ਨਾ ਹੋਵੇ ਸਾਡਾ ਟੂ ਮਚ ਲੇਟ ਹੋ ਜਾਏ ਤੇ ਵਿੱਚੇ ਛੋੜ ਕੇ ਸਾਨੂੰ ਬੰਦ ਕਰਨਾ ਪਵੇ ਫਰਵਰੀ ਵਿੱਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਕਿੰਡ ਪਾਰਟ ਆ ਜਾਣੇ ਅਸੀਂ ਆਪਣੇ ਹੈਲਥ ਐਂਡ ਨਿਊਟ੍ਰੀਸ਼ਨ ਤੇ।